ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਅੱਜ ਸਾਡਾ ਸਵਾਲ ਜਵਾਬ ਦਾ ਸੈਸ਼ਨ ਹੈ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਸਾਡੇ ਪੈਨਲ ਮੈਂਬਰ ਦੇਣਗੇ। ਆਪ ਜੀ ਜਿਹੜੇ ਵੀ ਸਵਾਲ ਭੇਜਦੇ ਹੋ ਉੱਤੇ ਵਿਚਾਰ ਸਨਿਚਰਵਾਰ ਨੂੰ ਹੁੰਦੀ ਹੈ। ਜੋ ਵੀ ਉੱਤਰ ਠੀਕ ਸਮਝਦੇ ਹਾਂ ਪੈਨਲ ਮੈਂਬਰਾਂ ਦੀ ਸੇਵਾ ਲੱਗਦੀ ਹੈ, ਉਸ ਮੁਤਾਬਕ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦੇ ਹਨ। ਸਮਾਂ ਕਲਾਸ ਦਾ ਆਪ ਜੀ ਨੂੰ ਪਤਾ ਹੈ ਕਿ ਭਾਰਤ ਦੇ ਮੁਤਾਬਕ 6:30 ਵਜੇ ਸ਼ਾਮ ਦਾ ਹੋਇਆ ਔਰ ਇੱਥੇ ਈਸਟਰਨ ਟਾਈਮ 9 ਵਜੇ ਹੈ। ਅੱਜ ਥੋੜੀ ਜਿਹੀ ਜ਼ਰੂਰ ਪ੍ਰੋਬਲਮ ਆਏਗੀ ਕਿਉਂਕਿ ਪਹਿਲਾ ਦਿਨ ਸੀ, ਪਰ ਫਿਰ ਵੀ ਕਾਫੀ ਮੈਂਬਰ ਜਿਹੜੇ ਨੇ ਹਾਜ਼ਰ ਨੇ। ਤਾਂ ਮੈਂ ਇਸ ਸਵਾਲ ਜਵਾਬ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਜੀ ਰਾਜਾ ਸਿੰਘ ਜੀ ਨਿਭਾਉਂਦੇ ਹਨ। ਉਹਨਾਂ ਦੀ ਸੇਵਾ ਹੈ, ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਸਵਾਲ ਜਵਾਬ ਦਾ ਸੈਸ਼ਨ ਸਾਡੇ ਨਾਲ ਆਰੰਭ ਕਰਨ ਜੀ ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅੱਜ ਦੇ ਸੈਸ਼ਨ ਵਿੱਚ ਜੀ ਆਇਆਂ ਜੀ। ਤੋਂ ਸਭ ਤੋਂ ਪਹਿਲਾਂ ਜੋ ਪੈਨਲ ਦੇ ਮੈਂਬਰ ਸਾਹਿਬਾਨ ਨੇ ਉਹ ਸਾਰੀ ਸੰਗਤ ਨਾਲ ਫਤਿਹ ਸਾਂਝੀ ਕਰਨਗੇ ਜੀ। ਤੋਂ ਅੱਜ ਕਿਉਂਕਿ ਸਮਾਂ ਥੋੜਾ ਜਿਹਾ ਬਦਲਣ ਕਰਕੇ ਵੀ ਥੋੜਾ ਫਰਕ ਪੈ ਰਿਹਾ, ਤੋਂ ਇੱਕ ਅੱਧੇ ਪੈਨਲ ਮੈਂਬਰ ਜਿਹੜੇ ਨੇ ਥੋੜਾ ਲੇਟ ਜੁਆਇਨ ਕਰਨਗੇ। ਤੋਂ ਜਿਹੜੇ ਹਾਜ਼ਰ ਨੇ ਆਪ ਜੀ ਨਾਲ ਸਾਂਝ ਪਾ ਰਹੇ ਨੇ ਜੀ ਸਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਸਤਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਪ੍ਰਭਕੀਰਤਨ ਸਿੰਘ ਜੀ ਮੋਹਾਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਔਰ ਕਿੱਕਰ ਸਿੰਘ ਜੀ ਵੀ ਹੈਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਥੋੜੀ ਦੇਰ ਤੱਕ ਜੁਆਇਨ ਕਰਨਗੇ ਜੀ। तो जब तक आप शुरू करते हैं, सत्संग जी आप जी ने जो सवाल भेजे हैं। ਮਨਿੰਦਰ ਕੌਰ ਜੀ ਵੀ ਹੈਗੇ ਸੀਗੇ। हाँ जी ਮਨਿੰਦਰ ਕੌਰ ਜੀ, ਉਹਨਾਂ ਦਾ ਅਨਮਿਊਟ ਹੋਇਆ ਨਹੀਂ। हाँ जी ਮਨਿੰਦਰ ਕੌਰ जी फतेह साझी कर लो संगत नाल। ਹੋ ਗਿਆ ਅਨਮਿਊਟ ਹੁਣ। खालसा वाहिगुरू जी की फतेह। तो सत्संग जी आप जी वालों आप सत्संग जी सब तो पहला जिहड़ा सवाल है, जिस ਵੇਲੇ ਆਪਾਂ ਗੁਰਬਾਣੀ ਪੜ੍ਹਦੇ ਹਾਂ, ਹੁਣ ਖਾਸ ਕਰਕੇ ਜਦ ਤੋਂ ਅਸੀਂ ਗੁਰਬਾਣੀ ਵਿਆਕਰਣ ਦੇ ਨਾਲ ਜੁੜੇ ਹਾਂ, ਹਾਲਾਂਕਿ ਗੁਰਬਾਣੀ ਵਿਆਕਰਣ ਕੋਈ ਨਵਾਂ ਵਿਸ਼ਾ ਨਹੀਂ ਹੈ, ਪਰ ਕਿਉਂਕਿ ਉਹਨੂੰ ਉਨੀ ਪ੍ਰਾਇਰਟੀ ਘੱਟੋ ਘੱਟ ਮੈਂ ਆਪਣੇ ਤੌਰ ਤੇ ਦੱਸਾਂ ਪਹਿਲੇ ਨਹੀਂ ਸੀਗੀ। ਹੁਣ ਜਦ ਦੇ ਆਪਾਂ ਕਾਲਜ ਦੇ ਨਾਲ ਜੁੜੇ ਹਾਂ ਤਾਂ ਗੁਰਬਾਣੀ ਵਿਆਕਰਣ ਦੇ ਬਾਰੇ ਵੀ ਥੋੜਾ ਸਾਨੂੰ ਗਿਆਨ ਮਿਲ ਰਿਹਾ। तो गुरबाणी व्याकरण जिस वे पढ़ते हैं ਜਾਂ ਸ਼ਬਦ ਜੋੜ ਵੀਰ ਜਗੀਰ ਸਿੰਘ ਜੀ ਕਰਾਉਂਦੇ ਨੇ, ਕਿੱਕਰ ਸਿੰਘ ਜੀ ਕਰਾਉਂਦੇ ਨੇ, ਤਾਂ ਉਹਦੇ ਇਹ ਕਿਵੇਂ ਹੋ ਗਿਆ? ਨਹੀਂ ਤੇ ਪਹਿਲਾਂ ਕਈਆਂ ਗੱਲਾਂ ਦਾ ਸ਼ਾਇਦ ਅਸੀਂ ਪਰਵਾਹ ਹੀ ਨਹੀਂ ਸੀ ਕਰਦੇ, ਤਾਂ ਹੁਣ ਤਾਂ ਬਿਲਕੁਲ ਜਿਹੜੇ ਸਵਾਲ ਆਉਂਦੇ ਨੇ ਬੜੀ ਖੁਸ਼ੀ ਹੁੰਦੀ ਹੈ ਕਿ ਕੱਲੀ ਲੱਗ ਮਾਤਰ ਬਾਰੇ ਕਈ ਸਵਾਲ ਆਉਂਦੇ ਨੇ। ਇਹਦਾ ਮਤਲਬ ਇਹ ਹੈ ਕਿ ਸੰਗਤ ਬੜੇ ਹੀ ਆਪਾਂ ਸਾਰੇ ਇਸ ਪਾਸੇ ਤੁਰ ਪਏ ਹਾਂ ਤਾਂ ਜੇ ਬਾਣੀ ਨੂੰ ਸਹੀ ਦਿਸ਼ਾ ਵਿੱਚ ਚੰਗੀ
ਤਰ੍ਹਾਂ ਸਮਝਿਆ ਜਾਏ। ਪਹਿਲਾ ਸਵਾਲ ਜਿਹੜਾ ਹੈ ਉਹ ਸਾਡੇ ਕੋਲ ਆਇਆ ਕਿ ਜਪ ਬਾਣੀ ਸ਼ਬਦ ਆਉਂਦਾ ਹੈ ਉਤਰਸ, ਇਹ ਜਿਸ ਵੇਲੇ ਆਪਾਂ ਪੜ੍ਹਦੇ ਹਾਂ ਭਰੀਏ ਹੱਥ ਪੈਰ ਧੋਂਦੇ ਪਾਣੀ ਧੋਤਾ ਉਤਰਸ ਕੇ, ਉਹ ਜਿਹੜਾ ਸ਼ਬਦ ਉਤਰਸ ਹੈ ਉਹ ਸਪੈਲਿੰਗ ਨੇ ਊੜੇ ਨੂੰ ਅੰਕੜ, ਤੱਤਾ ਰਰਾ, ਸੱਸੇ ਨੂੰ ਅੰਕੜ। ਤਾਂ ਸਵਾਲ ਕਰਤਾ ਲਿਖਦੇ ਨੇ ਜੀ ਵੀ ਸੱਸੇ ਨੂੰ ਜਿਹੜੀ ਅੰਕੜ ਹੈ ਇਹ ਕਿਉਂ ਇੱਥੇ ਲੱਗੀ ਹੈ। ਤਾਂ ਇਹਦੇ ਬਾਰੇ ਮੈਂ ਬੇਨਤੀ ਕਰ ਰਿਹਾ ਵੀਰ ਜਗੀਰ ਸਿੰਘ ਜੀ ਨੂੰ ਕਿ ਉਹ ਸਾਨੂੰ ਦੱਸਣ ਕਿ ਆਇਆ ਜਿਹੜੀ ਇੱਥੇ ਅੰਕੜ ਹੈ ਇਹ ਕਿਉਂ ਲੱਗੀ ਹੈ, ਉਤਰਸ ਅੱਖਰ ਦੀ ਅੰਕੜ। ਵੀਰ ਜਗੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਉਤਰਸ ਸ਼ਬਦ ਪੋਠੋਹਾਰੀ ਦਾ ਸ਼ਬਦ ਹੈ ਜੀ। ਹੱਥ ਲਿਖਤ ਪ੍ਰਾਤਨ ਬੀੜਾਂ ਵਿੱਚ ਇਹ ਸ਼ਬਦ ਸਿਹਾਰੀ ਨਾਲ ਆਇਆ ਹੈ, ਪਰ ਛਾਪੇ ਵਾਲੀ ਬੀੜ ਵਿੱਚ ਇਹ ਸ਼ਬਦ ਔਂਕੜ ਨਾਲ ਆਇਆ। ਜਪਜੀ ਸਾਹਿਬ ਦੀ ਬਾਣੀ 20ਵੀਂ ਪੌੜੀ ਦੇ ਵਿੱਚ ਇਹ ਸ਼ਬਦ ਸਿਰਫ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇੱਕੋ ਵਾਰੀ ਹੀ ਇਹ ਸ਼ਬਦ ਆਇਆ ਜਿਹੜਾ ਔਂਕੜ ਦੇ ਨਾਲ ਆਇਆ ਹੋਇਆ ਜੀ। ਜਦੋਂ ਕਿ ਉਤਰਸ ਜਿਹੜਾ ਸ਼ਬਦ ਹੈਗਾ ਇਹ ਗੁਰਬਾਣੀ ਵਿੱਚ ਲਗਭਗ 16 ਵਾਰ ਆਇਆ ਹੋਇਆ, ਜਿਹੜਾ ਸਿਹਾਰੀ ਨਾਲ ਹੈ ਇਹ 16 ਵਾਰ ਆਇਆ ਹੈ। ਸ਼ਬਦ ਦੇ ਅਰਥ ਹਨ ਵੀ ਜੇਕਰ ਹੱਥ ਪੈਰ ਅਤੇ ਸਰੀਰ ਧੂੜ ਨਾਲ, ਗੰਦਗੀ ਨਾਲ, ਮਿੱਟੀ ਨਾਲ ਭਰ ਜਾਂਦਾ ਹੈ ਤਾਂ ਉਹ ਗੰਦਗੀ, ਮੈਲ, ਧੂੜ ਪਾਣੀ ਨਾਲ ਧੋਣ ਨਾਲ ਉਤਰ ਜਾਂਦੀ ਹੈ। ਇਹ ਸਾਰੀ ਪੰਕਤੀ ਦਾ ਅਰਥ ਹੈਗਾ ਇਹ ਜੀ। ਤੇ ਇਹਦੇ ਇੱਕ ਅਰਥ ਹੋਰ ਵੀ ਨਹੀਂ ਹਨ ਵੀ ਪਾਰ ਉਤਾਰਾ ਵੀ ਹੋ ਜਾਂਦਾ ਹੈ। ਇਹ ਦੋ ਅਰਥ ਨੇ ਜੀ। ਗੁਰਬਾਣੀ ਵਿੱਚ ਇਹ ਭਾਵ ਦੇ ਹੇਠ ਲਿਖੇ ਸ਼ਬਦ ਹਨ ਜਿਨ੍ਹਾਂ ਵਿੱਚ ਉਤਰਸ ਜਿਹੜਾ ਸ਼ਬਦ ਹੈਗਾ ਉਹ ਸੱਸੇ ਨਾਲ ਨੂੰ ਸਿਹਾਰੀ ਨਾਲ ਲੱਗਿਆ ਹੋਇਆ ਹੈ। ਰਾਮ ਨਾਮ ਬਿਨ ਕੈਸੇ ਉਤਰਸ ਪਾਰ, ਇਹ ਜਿਹੜਾ ਉਤਰਸ ਹੈਗਾ ਇਹ ਸੱਸੇ ਨੂੰ ਸਿਹਾਰੀ ਲੱਗੀ ਹੋਈ ਹੈ। ਇਹ ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਦਾ ਸ਼ਬਦ ਹੈ, 199 ਅੰਕ ਦੇ ਉੱਤੇ ਦਰਜ ਹੈ ਜੀ। ਤੇ ਅੱਗੇ ਪੰਕਤੀ ਹੈ, ਕਲ ਮਹਿ ਗੁਰਮੁਖ ਉਤਰਸ ਪਾਰ, ਇਹ ਗੌੜੀ ਗੁਆਰੇਰੀ ਮਹੱਲਾ ਤੀਜਾ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, 229 ਅੰਕ ਤੇ। ਇੱਥੇ ਵੀ ਉਤਰਸ ਜਿਹੜਾ ਹੈਗਾ ਇਹ ਗੌੜੀ ਸੁਖਮਨੀ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਇਹ 299 ਅੰਕ ਦੇ ਉੱਤੇ ਹੈ ਜੀ। ਇੱਥੇ ਵੀ ਜਿਹੜਾ ਉਤਰਸ ਹੈਗਾ ਉਹ ਸੱਸੇ ਨੂੰ ਸਿਹਾਰੀ ਦੇ ਨਾਲ ਹੈ ਜੀ। ਉਸ ਇਹਦੇ ਵਿੱਚ ਜਿਹੜਾ ਉਤਰਸ ਹੈਗਾ ਸੱਸੇ ਨੂੰ ਸਿਹਾਰੀ ਲੱਗੀ ਹੋਈ ਹੈ। ਨਾਨਕ ਗੁਰਮੁਖ ਉਤਰਸ ਪਾਰ, ਇਹ ਸੂਹੀ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, 791 ਅੰਕ ਦੇ ਉੱਤੇ ਦਰਜ ਹੈ। ਇੱਥੇ ਵੀ ਜਿਹੜਾ ਉਤਰਸ ਹੈਗਾ ਸੱਸੇ ਨੂੰ ਸਿਹਾਰੀ ਲੱਗੀ ਹੋਈ ਹੈ। ਨਾਨਕ ਗੁਰਮੁਖ ਉਤਰਸ ਪਾਰੇ, ਇਹ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, 938 ਅੰਕ ਦੇ ਉੱਤੇ। ਸੰਸਾਰ ਸਾਗਰ ਉਤਰਸ ਪਾਰ, ਇਹ ਬਿਲਾਵਲ ਮਹੱਲਾ ਪੰਜਵਾਂ 837 ਅੰਕ ਦੇ ਉੱਤੇ ਦਰਜ ਹੈ। ਇੱਥੇ ਵੀ ਜਿਹੜਾ ਉਤਰਸ ਹੈਗਾ ਉਹ ਸੱਸੇ ਨਾਲ ਸਿਹਾਰੀ ਹੈ। ਗੁਰਬਿਨ ਕੋਈ ਨਾ ਉਤਰਸ ਪਾਰ, 164 ਅੰਕ ਦੇ ਉੱਤੇ ਵੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਇਹਦੇ ਵਿੱਚ ਜਿਹੜਾ ਉਤਰਸ ਹੈਗਾ ਉਹ ਵੀ ਸੱਸੇ ਨੂੰ ਸਿਹਾਰੀ ਲੱਗੀ ਹੋਈ ਹੈ। ਤੀਰਥ ਨਾਏ ਨਾ ਉਤਰਸ ਮੈਲ, ਇਹ ਰਾਮਕਲੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, 890 ਅੰਕ ਦੇ ਉੱਤੇ ਦਰਜ ਹੈ। ਇਹਦੇ ਵਿੱਚ ਵੀ ਜਿਹੜਾ ਉਤਰਸ ਹੈਗਾ ਉਹ ਸੱਸੇ ਨੂੰ ਸਿਹਾਰੀ ਲੱਗੀ ਹੋਈ ਹੈ। ਨਾਨਕ ਭੌਜਲ ਉਤਰਸ ਪਾਰ, ਇਹ ਰਾਮਕਲੀ ਮਹੱਲਾ ਪੰਜਵਾਂ 901 ਅੰਕ ਦੇ ਉੱਤੇ ਦਰਜ ਹੈ ਸ਼ਬਦ। ਇਹਦੇ ਵਿੱਚ ਵੀ ਉਤਰਸ ਦਾ ਮਤਲਬ ਦਾ ਸੱਸੇ ਨੂੰ ਸਿਹਾਰੀ ਲੱਗੀ ਹੋਈ ਹੈ। ਸੋ ਇਹ ਸ਼ਬਦ ਸਿਹਾਰੀ ਨਾਲ ਹੀ ਹੋਣਾ ਚਾਹੀਦਾ ਲੱਗ ਸਕਦੀ ਹੈ। ਤੇ ਇਤਨੀ ਇੱਕ ਬੇਨਤੀਆਂ ਪ੍ਰਵਾਨ ਕਰਨੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨਵਾਦ ਵੀਰ ਜਗੀਰ ਸਿੰਘ ਜੀ, ਬੜੀ ਮਿਹਨਤ ਨਾਲ ਆਪ ਜੀ ਨੇ ਇਹ ਸਾਰੀਆਂ ਤੁਕਾਂ ਲੱਭ ਕੇ ਸਾਨੂੰ ਸੁਣਾਈਆਂ ਨੇ। ਔਰ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ 16 ਵਾਰੀ ਇਹ ਅੱਖਰ ਆਇਆ, ਤਾਂ ਹੋ ਸਕਦਾ ਵੀ ਇਹ ਮਿਸਪ੍ਰਿੰਟ ਹੋ ਗਿਆ, ਕਿਉਂਕਿ ਜਿਸ ਵੇਲੇ ਛਾਪੇਖਾਨੇ ਵਾਲੀਆਂ ਭੀੜਾਂ ਸ਼ੁਰੂ ਹੋਈਆਂ, ਆਪਾਂ ਕਈ ਵਾਰੀ ਅੱਗੇ ਵੀ ਕਈ ਸਵਾਲ ਆਏ ਨੇ, ਵਿਚਾਰ ਵੀ ਕੀਤਾ ਕਿ ਬਹੁਤ ਸਾਰੀਆਂ ਪਿੱਛੇ ਜਦ ਵੀਰ ਅੰਮ੍ਰਿਤਪਾਲ ਸਿੰਘ ਜੀ ਯੂਕੇ ਵਾਲੇ ਵੀ ਡਿਸਕਸ ਕਰਦੇ ਹੁੰਦੇ ਸਨ, ਤਾਂ ਉਹਨਾਂ ਨੇ ਵੀ ਕਈ ਅੱਖਰ ਜਿਹੜੇ ਨੇ ਪੁਰਾਣੀਆਂ ਜਿਹੜੀਆਂ ਹੱਥ ਲਿਖਤ ਭੀੜਾਂ ਨੇ ਉਹਨਾਂ ਦੀ ਫੋਟੋ ਵੀ ਸਾਨੂੰ ਦਿਖਾ ਕੇ ਦੱਸਿਆ। ਸੋ ਇਹ ਵੀ ਇੱਕ ਗੱਲ ਹੈ। ਔਰ ਇਸ ਤੋਂ ਇਲਾਵਾ ਹੋਰ ਵੀ ਕਈ, ਜਿਸ ਤਰ੍ਹਾਂ ਕਿ ਸ਼ਬਦਾਂ ਦੇ ਜੋੜ ਨੇ ਜਾਂ ਅੱਖਰ ਸੁੱਧ ਹੈ, ਇਹ ਹੱਥ ਲਿਖਤ ਬੀੜਾਂ ਦੇ ਵਿੱਚ ਮਾਰਜਨ ਦੇ ਵਿੱਚ ਹੁੰਦਾ ਸੀ।
ਪਰ ਜਿਸ ਵੇਲੇ ਪ੍ਰਿੰਟ ਦੀਆਂ ਬੀੜਾਂ ਆਈਆਂ, ਸ਼ਾਇਦ ਉਹਨਾਂ ਨੂੰ ਕੋਈ ਪ੍ਰਿੰਟ 'ਚ ਦਿੱਕਤ ਆਈ ਹੋਵੇ, ਤਾਂ ਉਹਨਾਂ ਨੇ ਇਹ ਥੋੜ੍ਹੀਆਂ ਚੇਂਜਸ ਜਿਹੜੀਆਂ ਕਰਤੀਆਂ, ਉਹਨਾਂ 'ਚ ਕਈ ਕਨਫਿਊਜ਼ਨ ਪੈਦਾ ਹੋ ਗਈ। ਤੋ ਲੱਗਦਾ ਇੰਝ ਹੀ ਹੈ ਜੋ ਵੀਰ ਜੀ ਨੇ ਦੱਸਿਆ ਕਿ ਸ਼ਾਇਦ ਇਹ ਮਿਸਪ੍ਰਿੰਟ ਹੋ ਗਿਆ ਹੋਵੇ, ਕਿਉਂਕਿ ਬਾਕੀ 15 ਥਾਂ ਤੇ ਸਿਹਾਰੀ ਨਾਲ ਹੈ। ਸੰਗਤ ਵਿੱਚੋਂ ਕਿਸੇ ਵੀਰ ਭੈਣ ਨੂੰ ਇਹਦੇ ਬਾਰੇ ਹੋਰ ਜਦ ਕਦੇ ਵੀ ਖੋਜ ਮਿਲੇ ਤਾਂ ਕਿਰਪਾ ਕਰਕੇ ਸਾਡੇ ਗਰੁੱਪ ਵਿੱਚ ਸਾਂਝੀ ਜ਼ਰੂਰ ਕਰਨਾ ਜੀ। ਧੰਨਵਾਦ। ਆਓ ਸਾਧ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਹੈ ਕਿ ਕਈ ਐਸੀਆਂ ਹੋਰ ਸਾਡੇ ਸਿੱਖ ਮਤ ਵਿੱਚ ਆਪਸ ਵਿੱਚ ਭਾਈਚਾਰੇ 'ਚ ਗੱਲਾਂ ਨੇ ਜਿਨ੍ਹਾਂ ਦਾ ਕਈ ਵਾਰੀ ਪ੍ਰੋਪਰ ਤੌਰ ਤੇ ਫੈਸਲਾ ਨਹੀਂ ਹੋਇਆ ਹੁੰਦਾ। ਉਹਨਾਂ 'ਚੋਂ ਇੱਕ ਹੈ ਸਾਧ ਸੰਗਤ ਜੀ ਰਾਗਮਾਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਵੇਲੇ ਸੰਪੂਰਨਤਾ ਹੁੰਦੀ ਹੈ ਤਾਂ 1429 ਪੱਲੇ ਦੇ ਐਂਡ ਤੋਂ ਲੈ ਕੇ 30 ਤੱਕ ਜਿਹੜੀ ਰਚਨਾ ਰਾਗਮਾਲਾ ਹੈ, ਉਹਦੇ ਬਾਰੇ ਸਾਡੇ ਕੋਲ ਸਵਾਲ ਆਇਆ ਕਿ ਰਾਗਮਾਲਾ ਕਿਸ ਦੀ ਰਚਨਾ ਹੈ ਅਤੇ ਕਦੋਂ ਲਿਖੀ ਗਈ। ਸਵਾਲ ਕਰਤਾ ਨੇ ਅਵਤਾਰ ਸਿੰਘ ਜੀ, ਬੀੜ ਸਾਹਿਬ ਸਰਕਲ ਵਾਲੇ, ਤੇ ਮੈਂ ਬੇਨਤੀ ਕਰ ਰਿਹਾ MP ਸਿੰਘ ਜੀ ਨੂੰ ਵੀ ਕਿਰਪਾ ਕਰਕੇ ਇਹਦੇ ਬਾਰੇ ਜੋ ਅਵੇਲੇਬਲ ਇਨਫੋਰਮੇਸ਼ਨ ਹੋ ਸਕਦੀ ਹੈ ਕਰੋ ਜੀ, ਵੀਰ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਾਗਮਾਲਾ ਬਾਰੇ ਅੰਤ ਵਿੱਚ ਬਹੁਤ ਜ਼ਿਆਦਾ ਦੁਵਿਧਾ ਬੜੇ ਲੰਬੇ ਚਿਰ ਤੋਂ ਚੱਲਦੀ ਆ ਰਹੀ ਹੈ। ਇਸ ਦੀ ਜੋ ਸੰਖੇਪ ਜੋ ਜਾਣਕਾਰੀ ਹੈ, ਜਿੰਨੀ ਕੋ ਮਿਲ ਸਕੀ ਹੈ, ਉਹ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ। ਇਹਦਾ ਸ਼ੁਰੂਆਤ ਜਿਹੜੇ ਮਸਲੇ ਦੀ ਹੋਈ ਹੈ ਉਹ ਉਦੋਂ ਹੋਈ ਹੈ ਜਦੋਂ ਰਾਗਮਾਲਾ ਦੀ ਰਚਨਾ ਹੁੰਦੀ ਹੈ। ਤਾਂ ਇਹਦੇ ਬਾਰੇ ਜੋ ਖੋਜੀ ਵਿਦਵਾਨਾਂ ਨੇ ਲੱਭਿਆ ਹੈ, ਸਨ 1583 ਈਸਵੀ ਦੇ ਵਿੱਚ ਇੱਕ ਕਵੀ ਹੋਇਆ ਹੈ ਜਿਹਦਾ ਨਾਮ ਸੀ ਆਲਮ। ਉਸਨੇ ਇੱਕ ਰਚਨਾ ਕੀਤੀ ਕਵਿਤਾ ਦੇ ਵਿੱਚ ਜਿਹਦਾ ਨਾਮ ਸੀ ਮਾਧਵ ਨਲ ਕਾਮ ਕੰਦਲਾ। ਇਹ ਮਾਧਵ ਨਲ ਇੱਕ ਵਿਦਵਾਨ ਪੰਡਿਤ ਸੀ, ਸ਼ਾਸਤਰੀ ਸੰਗੀਤ ਦਾ ਮਾਹਿਰ ਸੀ, ਤੇ ਕਾਮ ਕੰਦਲਾ ਇੱਕ ਨੱਚਣ ਵਾਲੀ ਔਰਤ ਸੀਗੀ ਜੋ ਨੱਚਣ ਦੀ ਮਾਹਿਰ ਸੀ। ਉਹਨਾਂ ਦੋਨਾਂ ਦੀ ਇੱਕ ਰਾਜੇ ਦੇ ਦਰਬਾਰ ਦੇ ਵਿੱਚ ਜਿੱਥੇ ਉਹ ਇਕੱਠੇ ਹੋਏ ਆਪਣੇ ਆਪਣੇ ਫਨ ਦੇ ਦਿਖਾਉਣ ਵਾਸਤੇ, ਉੱਥੇ ਉਹਨਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ। ਉਸ ਪ੍ਰੇਮ ਕਹਾਣੀ ਨੂੰ ਕਵੀ ਆਲਮ ਨੇ ਸਨ 1583 ਦੇ ਵਿੱਚ ਲਿਖਿਆ। ਉਸੇ ਪ੍ਰੇਮ ਕਹਾਣੀ ਦੇ ਅੰਦਰ ਹੀ, ਕਿਉਂਕਿ ਇਹ ਦੋਨੋਂ ਹੀ ਸੰਗੀਤ ਦੇ ਮਾਹਿਰ ਸਨ, ਇੱਕ ਨਾਚ ਦੀ ਇੱਕ ਸੰਗੀਤ ਦਾ, ਤਾਂ ਉਹ ਰਾਗਾਂ ਦੀ ਉਹਨਾਂ ਦੇ ਫਨ ਦੇ ਅੰਦਰ ਬਹੁਤ ਜ਼ਿਆਦਾ ਇਸਤੇਮਾਲ ਸੀ। ਤਾਂ ਇਹ ਰਾਗਾਂ ਦੇ ਬਾਰੇ ਜੋ ਇੱਕ ਰਾਗਮਾਲਾ ਜਿਹੜੀ ਸੀ ਉਹ ਉਹਨਾਂ ਦੀ ਕਹਾਣੀ ਦੇ ਅੰਦਰ ਉਸ ਕਵੀ ਨੇ ਰਚਨਾ ਦੇ ਵਿੱਚ ਲਿਖੀ। ਉਸ ਮਾਧਵ ਨਲ ਕਾਮ ਕੰਦਲਾ ਨਾਮਕ ਰਚਨਾ ਦੇ ਅੰਦਰ ਰਾਗਮਾਲਾ ਮਿਲਦੀ ਹੈ ਅਤੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਹੈ ਉਹ ਤਕਰੀਬਨ ਕਹਿ ਸਕਦੇ ਹਾਂ ਕਿ ਭਈ 90% ਤੋਂ ਲੈ ਕੇ ਜ਼ਿਆਦਾ ਤੱਕ ਉਹਦਾ ਬਿਲਕੁਲ ਹੂਬਹੂ ਮੇਲ ਖਾਂਦੀ ਹੈ। ਥੋੜੇ ਬਹੁਤੇ ਜਿਹੜੇ ਛੋਟੇ ਮੋਟੇ ਫਰਕ ਨੇ ਉਹ ਸਪੈਲਿੰਗ ਦੇ ਫਰਕ ਨੇ, ਜਿਵੇਂ ਨਕਲ ਮਾਰਨ ਲੱਗਿਆ ਕਿਸੇ ਨੂੰ ਫਰਕ ਪਏ, ਕਿਉਂਕਿ ਜੋ ਪੁਰਾਣੀ ਲਿਖੀ ਗਈ ਸੀ ਉਹ ਸ਼ਾਇਦ ਉਰਦੂ ਅਰਬਿਕ ਸਕ੍ਰਿਪਟ 'ਚ ਲਿਖੀ ਗਈ ਸੀ, ਤੇ ਲਿਖਣ ਵਾਲੇ ਜਿਹਨੇ ਨਕਲ ਮਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਵਾਸਤੇ ਉਹਨੇ ਗੁਰਮੁਖੀ 'ਚ ਲਿਖਣੀ ਸੀ, ਤਾਂ ਉੱਥੋਂ ਕਾਪੀ ਕਰਦਿਆਂ ਕੁਝ ਇੱਕ ਸਪੈਲਿੰਗ ਦੇ ਫਰਕ ਹੈਗੇ ਨੇ ਮਾਈਨਰ, ਬਾਕੀ ਲੈਂਗੁਏਜ ਤਕਰੀਬਨ ਸਾਰੀ ਦੀ ਸਾਰੀ ਸੇਮ ਹੈ। ਔਰ ਇਹ ਗੱਲ ਧਿਆਨ ਰੱਖਣ ਲਾਇਕ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਜੋ ਹੈ ਸਨ 1604 ਵਿੱਚ ਕੀਤੀ ਗਈ, ਤੇ ਉਦੋਂ ਜਿਹੜੀ ਬੀੜ ਸਥਾਪਿਤ ਕੀਤੀ ਗਈ ਉਸ ਬੀੜ ਦੇ ਅੰਦਰ ਰਾਗਮਾਲਾ ਦਰਜ ਨਹੀਂ ਸੀ। ਫਿਰ ਉਸ ਤੋਂ ਬਾਅਦ ਸਨ 1703 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਬੀੜ ਦੇ ਅੰਦਰ ਦਰਜ ਕੀਤੀ, ਜਿਹਦੀ ਲਿਖਾਈ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਪਾਸੋਂ ਕਰਵਾਈ, ਤਾਂ ਜਾਂ ਭਾਈ ਬਨੀ ਸਿੰਘ ਜੀ ਦੀ ਸੇਵਾ ਲਾਈ ਗਈ। ਤਾਂ ਉਹ ਜੋ ਵੀ ਉਹਨਾਂ ਉੱਥੇ ਜੋ ਦਮਦਮਾ ਸਾਹਿਬ ਵਿੱਚ ਉਹਨਾਂ ਨੇ ਜੋ ਬੀੜ ਦੀ ਤਿਆਰੀ ਕਰਵਾਈ, ਉਸ ਬੀੜ ਦੇ ਅੰਦਰ ਵੀ ਰਾਗਮਾਲਾ ਦਰਜ ਨਹੀਂ ਕੀਤੀ ਗਈ, ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਹੋ ਗਈ। ਸਨ 1708 ਦੇ ਵਿੱਚ ਨਮਦਮੀ ਬੀੜ ਨੂੰ ਹੀ ਨੰਦੇੜ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੱਥਾ ਟੇਕ ਕੇ ਗੁਰਗੱਦੀ ਦੀ ਸੌਂਪਣਾ ਕੀਤੀ, ਤਾਂ ਉਸ ਬੀੜ ਦੇ ਅੰਦਰ ਵੀ ਰਾਗਮਾਲਾ ਦਰਜ ਨਹੀਂ ਸੀ। ਉਸ ਤੋਂ ਬਾਅਦ ਜੋ ਰੈਫਰੈਂਸ ਮਿਲਦਾ ਹੈ ਰਾਗਮਾਲਾ ਦੇ ਬਾਰੇ ਪਹਿਲੀ ਵਾਰੀ ਕਿਸੇ ਲਿਟਰੇਚਰ ਦੇ ਅੰਦਰ, ਜਿਹੜਾ ਸਿੱਖ ਧਰਮ ਦੇ ਨਾਲ ਸੰਬੰਧਿਤ ਲਿਟਰੇਚਰ ਸੀਗਾ, ਸਾਹਿਤ ਸੀਗਾ, ਉਹ ਮਹਾਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਕਿ ਉਹਨਾਂ ਨੇ ਲਿਖਿਆ ਸਨ 1843 ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਲਿਖਿਆ ਔਰ ਜ਼ਿਕਰ ਕੀਤਾ ਰਾਗਮਾਲਾ ਦੇ ਬਾਰੇ
ਤੇ ਉਹਨਾਂ ਨੇ ਲਿਖਿਆ ਕਿ ਰਾਗਮਾਲਾ ਜਿਹੜੀ ਹੈ ਗੁਰੂ ਬਾਣੀ ਨਹੀਂ ਹੈ ਅਤੇ ਇਹ ਆਲਮ ਕਵੀ ਦੀ ਰਚਨਾ ਹੈ। ਸਨ 1853 ਦੇ ਵਿੱਚ ਵੀ ਜਿਹੜਾ ਹੈ ਪੰਥ ਵੱਲੋਂ ਇਸ ਬਾਰੇ ਇੱਕ ਇਕੱਠ ਕੀਤਾ ਗਿਆ। ਉਸ ਇਕੱਠ ਦੇ ਅੰਦਰ ਵੀ ਬੜੀ ਰਾਗਮਾਲਾ ਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਤੇ ਉਸ ਇਕੱਠ ਤੋਂ ਬਾਅਦ ਵੀ ਜੋ ਨਿਰਣਾ ਹੋਇਆ ਉਹਦੇ ਵਿੱਚ ਵੀ ਇਹੀ ਲਿਖਿਆ ਗਿਆ, ਡਿਕਲੇਅਰ ਕੀਤਾ ਗਿਆ ਕਿ ਰਾਗਮਾਲਾ ਬਾਣੀ ਨਹੀਂ ਹੈ। ਸਨ 1902 ਦੇ ਵਿੱਚ ਅੰਗਰੇਜ਼ ਵਿਦਵਾਨ ਮੈਕਸ ਆਰਥਰ ਮੈਕਾਲਿਫ, ਜਿਨੇ ਸਿੱਖ ਧਰਮ ਦੇ ਬਾਰੇ 6 ਵੱਡੀ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਪੂਰਾ ਲਿਖਿਆ ਹੈ, ਉਸਨੇ ਵੀ ਉਹਦੇ ਅੰਦਰ ਇਹ ਦਰਜ ਗੱਲ ਕੀਤੀ ਕਿ ਰਾਗਮਾਲਾ ਜਿਹੜੀ ਹੈ ਇਹ ਆਲਮ ਕਵੀ ਦੀ ਰਚਨਾ ਹੈ। ਸਨ 1917 ਦੇ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਨੇ ਜੋ ਹੈ ਇਹਦੇ ਬਾਰੇ ਕਾਫੀ ਖੋਜ ਕੀਤੀ। ਕਰਤਾਰਪੁਰੀ ਬੀੜ ਤੇ ਹੋਰ ਵੀ ਹਸਤਲਿਖਤ ਬੀੜਾਂ ਦੀ ਉਹਨਾਂ ਨੇ ਸਟੱਡੀ ਕੀਤੀ ਤੇ ਅੰਤ ਵਿੱਚ ਉਹਨਾਂ ਨੇ ਵੀ ਨਿਰਣਾ ਇਹ ਦਿੱਤਾ ਕਿ ਰਾਗਮਾਲਾ ਜੋ ਹੈ ਉਹ ਗੁਰਬਾਣੀ ਨਹੀਂ ਹੈ, ਗੁਰੂ ਦੀ ਰਚਨਾ ਨਹੀਂ ਹੈ। ਪਰ ਉਸ ਵੇਲੇ ਤੱਕ ਇਹ ਮਸਲਾ ਪੰਥ ਵਿੱਚ ਕਾਫੀ ਭਖ ਰਿਹਾ ਸੀਗਾ ਅਤੇ ਕਈ ਥਾਈਂ ਅਲੱਗ-ਅਲੱਗ ਲੋਕਾਂ ਨੇ ਆਪੋ ਆਪਣੇ ਵਿਚਾਰ ਲੇਖਾਂ ਦੇ ਰਾਹੀਂ ਜਾਂ ਗੱਲਾਂ ਬਾਤਾਂ ਦੇ ਵਿੱਚ ਮੀਟਿੰਗਾਂ ਕਰਕੇ ਇਹਦੇ ਬਾਰੇ ਦੋਨੋਂ ਤਰ੍ਹਾਂ ਦੇ ਵਿਚਾਰ ਵਟਾਂਦਰੇ ਹੋਣੇ ਸ਼ੁਰੂ ਹੋ ਗਏ ਕਿ ਇਹ ਬਾਣੀ ਹੈ। ਕੁਝ ਗਰੁੱਪ ਕਹਿਣ ਲੱਗਾ ਕਿ ਬਾਣੀ ਹੈ, ਕੁਝ ਕਹਿਣਗੇ ਨਹੀਂ ਇਹ ਬਾਣੀ ਨਹੀਂ ਹੈ। ਕੋਈ ਇਸ ਮਸਲੇ ਦਾ ਹੱਲ ਹੋ ਨਹੀਂ ਸੀ ਰਿਹਾ। ਫਿਰ ਅਖੀਰ ਫੁੱਟ ਪੈਣ ਦੇ ਡਰ ਤੋਂ ਕੁਝ ਇੱਕ ਸਿੱਖਾਂ ਨੇ ਇਹ ਫੈਸਲਾ ਕੀਤਾ ਜੀ ਵੀ ਇਹ ਨਿਰਣਾ ਅਸੀਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੀ ਛੱਡਦੇ ਹਾਂ। ਉਹ ਜੋ ਉਹਨਾਂ ਨੂੰ ਮਨ ਵਿੱਚ ਸ਼ਰਧਾ ਭਾਵਨਾ ਦੇ ਅਧੀਨ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਤੇ 2 ਪਰਚੀਆਂ ਉੱਥੇ ਰੱਖ ਦਿਆਂਗੇ, ਜਿਹਦੇ 'ਚ ਇੱਕ 'ਚ ਲਿਖਿਆ ਹੋਏਗਾ ਕਿ ਰਾਗਮਾਲਾ ਬਾਣੀ ਹੈ, ਇੱਕ ਤੇ ਲਿਖਿਆ ਹੋਏਗਾ ਕਿ ਰਾਗਮਾਲਾ ਬਾਣੀ ਨਹੀਂ ਹੈ। ਤੇ ਫਿਰ ਹੁਕਮ ਲੈਣ ਤੋਂ ਬਾਅਦ ਜਿਹੜੀ ਪਰਚੀ ਖੁੱਲੇਗੀ ਉਹਦੇ ਮੁਤਾਬਕ ਸਾਰੇ ਪੰਥ ਨੂੰ ਫੈਸਲਾ ਪ੍ਰਵਾਨ ਕਰਨਾ ਪਵੇਗਾ। ਤੋ ਇਹ 1917 ਦੇ ਵਿੱਚ ਇਹ ਕੰਮ ਕੀਤਾ ਗਿਆ ਤੇ ਅਰਦਾਸ ਕਰਕੇ ਹੁਕਮ ਲੈ ਕੇ ਤੇ ਪਰਚੀ ਚੁੱਕੀ ਗਈ ਤੇ ਪਰਚੀ ਜਿਹੜੀ ਖੁੱਲੀ ਉਹਦੇ ਵਿੱਚ ਇਹ ਲਿਖਿਆ ਸੀਗਾ ਕਿ ਰਾਗਮਾਲਾ ਬਾਣੀ ਨਹੀਂ ਹੈ। ਸਨ 1936 ਦੇ ਵਿੱਚ ਸਿੱਖ ਰਿਆਤ ਮਰਿਆਦਾ ਦਾ ਜੋ ਪਹਿਲਾ ਡਰਾਫਟ ਸੀਗਾ ਉਹ ਫਾਈਨਲ ਕੀਤਾ ਗਿਆ। ਉਸ ਡਰਾਫਟ ਦੇ ਅੰਦਰ ਬੜੇ ਸਪਸ਼ਟ ਤੌਰ ਦੇ ਉੱਤੇ ਲਿਖਿਆ ਗਿਆ ਕਿ ਰਾਗਮਾਲਾ ਬਾਣੀ ਨਹੀਂ ਹੈ ਅਤੇ ਇਸ ਦਾ ਪਾਠ ਦਾ ਭੋਗ ਜਿਹੜਾ ਹੈ ਉਹ ਤਨ ਮਨ ਥੀਵੇ ਹਰਿਆ ਦੇ ਉੱਤੇ ਹੀ ਕਰਕੇ ਸਮਾਪਤੀ ਕੀਤੀ ਜਾਵੇ। ਪਰ ਕਈ ਸਾਰੇ ਪੰਥ ਦੇ ਵਿੱਚ ਐਸੇ ਜੱਥੇ ਸਨ ਜਿਨ੍ਹਾਂ ਨੇ ਇਸ ਮਤ ਨੂੰ ਸਵੀਕਾਰ ਨਹੀਂ ਕੀਤਾ ਤੇ ਉਹ ਆਪਣਾ ਵਿਰੋਧ ਜਾਰੀ ਰੱਖਦੇ ਰਹੇ। ਅੰਤ ਨੂੰ ਫਿਰ ਸਨ 1945 ਦੇ ਵਿੱਚ ਜੋ ਪੰਥ ਦੇ ਵਿੱਚ ਮੀਟਿੰਗਾਂ ਹੋਈਆਂ ਰਿਆਤ ਮਰਿਆਦਾ ਦੇ ਖਰੜਾ ਫਾਈਨਲ ਕਰਨ ਵਾਸਤੇ, ਤਾਂ ਉਹਦੇ ਵਿੱਚ ਫਿਰ ਖਾਸ ਤੌਰ ਤੇ ਜਿਹੜਾ ਭਿੰਡਰਾ ਦਾ ਜੱਥਾ ਸੀਗਾ ਉਹਨਾਂ ਦੀ ਮੀਟਿੰਗਾਂ ਹੋਈਆਂ ਅਕਾਲ ਤਖਤ ਸਾਹਿਬ ਤੇ। ਜਥੇਦਾਰ ਗਿਆਨੀ ਮੋਹਨ ਸਿੰਘ ਜੀ ਨਾਗੋਕੇ ਉਦੋਂ ਜਥੇਦਾਰ ਸਨ ਅਕਾਲ ਤਖਤ ਦੇ, ਉਹਨਾਂ ਨੇ ਇੱਕ ਉਚੇਚਾ ਕਮੇਟੀ ਬਣਾਈ ਰਾਗਮਾਲਾ ਦੇ ਬਾਰੇ ਤੇ ਫਿਰ ਅਖੀਰ ਪੰਥ ਦੇ ਵਿੱਚ ਫੁੱਟ ਨਾ ਪਵੇ ਇਸ ਚੀਜ਼ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇੱਕ ਵਿਚਕਾਰਲਾ ਰਾਹ ਇਹ ਲੱਭਿਆ ਗਿਆ ਕਿ ਉਹਨਾਂ ਨੇ ਰਹਿਤ ਮਰਿਆਦਾ ਦੇ ਅੰਦਰ ਥੋੜੀ ਜਿਹੀ ਜੋ ਸ਼ਬਦਾਵਲੀ ਸੀ ਉਹਨੂੰ ਤਬਦੀਲ ਕਰ ਦਿੱਤਾ। ਉਹਦੇ 'ਚ ਲਿਖਿਆ ਗਿਆ ਕਿ ਰਾਗਮਾਲਾ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਛਾਪਣ ਦਾ ਕੋਈ ਹਿਆ ਨਾ ਕਰੇ ਤੇ ਪਾਠ ਦੀ ਸਮਾਪਤੀ ਭਾਵੇਂ ਪੜ੍ਹ ਕੇ ਤੇ ਭਾਵੇਂ ਨਾ ਪੜ੍ਹ ਕੇ ਇਹ ਆਪਣੀ ਚਲਦੀ ਸਥਾਨਕ ਰੀਤੀ ਮੁਤਾਬਕ ਜੋ ਮਰਿਆਦਾ ਹੋਵੇ ਉਹਦੇ ਮੁਤਾਬਕ ਇਹ ਫੈਸਲਾ ਕਰਕੇ ਤੇ ਪਾਠ ਦਾ ਭੋਗ ਪਾਇਆ ਜਾਵੇ। ਤਾਂ ਭਾਵ ਕੀ ਸੀਗਾ ਕਿ ਵੀ ਉਹਨਾਂ ਨੇ ਦੋਨੋਂ ਗਰੁੱਪਾਂ ਦੀ ਜੋ ਹੈ ਥੋੜੀ ਸਮਝੋ ਰੱਖ ਲਈ ਕਿ ਵੀ ਜਿਹੜੇ ਕਹਿੰਦੇ ਸਨ ਜ਼ਰੂਰ ਪੜ੍ਹਨੀ ਹੈ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਕਿ ਤੁਸੀਂ ਚਾਹੋ ਤੇ ਪੜ੍ਹ ਲਵੋ, ਤੇ ਜਿਹੜੇ ਮੰਨਦੇ ਸਨ ਕਿ ਗੁਰਬਾਣੀ ਨਹੀਂ ਹੈ ਉਹਨਾਂ ਨੂੰ ਵੀ ਖੁੱਲ੍ਹ ਦੇ ਦਿੱਤੀ ਵੀ ਤੁਸੀਂ ਭਾਵੇਂ ਪੜ੍ਹੋ ਨਾ ਪਰ ਇਹ ਬੀੜ ਛਪੇਗੀ ਜ਼ਰੂਰ। ਸੋ ਇਹ ਜੋ ਉਸ ਵੇਲੇ ਦੇ ਭਿੰਡਰਾ ਜੱਥੇ ਦੇ ਇੰਚਾਰਜ ਸੀ ਗਿਆਨੀ ਗੁਰਬਚਨ ਸਿੰਘ ਜੀ, ਅਖੀਰ ਫਿਰ 1945 ਵਿੱਚ ਇਸ ਮਤ ਦੇ ਦਰਜ ਹੋਣ ਦੇ ਨਾਲ ਉਹਨਾਂ ਨੇ ਵੀ ਰਿਆਤ ਮਰਿਆਦਾ ਨੂੰ ਪ੍ਰਵਾਨਗੀ ਆਪਣੀ ਦੇ ਦਿੱਤੀ ਤੇ ਰਿਆਤ ਮਰਿਆਦਾ ਜਿਹੜੀ ਹੈ ਫਿਰ ਇਸ ਰਿਵੀਜ਼ਨ ਦੇ ਨਾਲ ਸਨ 1945 ਚ ਫਾਈਨਲ ਕਰਕੇ ਤੇ ਛਾਪ ਦਿੱਤੀ ਗਈ। ਇਸ ਦੇ ਬਾਅਦ ਕਾਫੀ ਚਿਰ ਜਿਹੜਾ ਹੈ ਇਸ ਤਰੀਕੇ ਦੇ ਨਾਲ ਹੀ ਕੰਮ ਚੱਲਦਾ ਰਿਹਾ। ਸਨ 1970 ਦੇ ਵਿੱਚ ਵੀ ਫਿਰ ਇਹ ਮਸਲਾ ਕਿਸੇ ਨੇ ਉਠਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਤੇ ਉਹਦੇ ਵਿੱਚ ਵੀ ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਇਹਦੇ ਬਾਰੇ ਕਲੈਰੀਫਿਕੇਸ਼ਨ ਮੰਗੀ ਤਾਂ ਉੱਥੋਂ ਵੀ ਜਵਾਬ ਇਹੀ ਦਿੱਤਾ ਗਿਆ ਕਿ ਜੋ ਰਹਿਤ ਮਰਿਆਦਾ 'ਚ ਲਿਖਿਆ ਗਿਆ ਹੈ ਉਹੀ ਲਾਗੂ ਹੈ, ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਹੈ।
ਸਨ 1984 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿਹੜੇ ਸੀ, ਉਹਨਾਂ ਨੇ ਅਕਾਲ ਤਖਤ ਦੇ ਉੱਤੇ ਜਿਹੜਾ ਹੈ ਆਪਣਾ ਕੰਟਰੋਲ ਕਰ ਲਿਆ, ਪਰ ਉਹਨਾਂ ਨੇ ਵੀ ਅਕਾਲ ਤਖਤ ਦੀ ਮਰਿਆਦਾ ਨੂੰ ਹੱਥ ਨਹੀਂ ਲਾਇਆ। ਉੱਥੇ ਰਾਗਮਾਲਾ ਪੜ੍ਹੇ ਬਿਨਾਂ ਹੀ ਪਾਠ ਦੀ ਸਮਾਪਤੀ ਹੁੰਦੀ ਰਹੀ। ਪਰ ਸਨ 1984 ਵਿੱਚ ਜਦੋਂ ਭਾਰਤੀ ਫੌਜ ਨੇ ਅਟੈਕ ਕੀਤਾ ਤਾਂ ਉਦੋਂ ਜਿਹੜੀ ਭੀੜ ਉਸ ਵਕਤ ਬਿਨਾਂ ਰਾਗਮਾਲਾ ਵਾਲੀ ਹਸਤਲਿਖਤ ਭੀੜ ਉੱਥੇ ਦਰਬਾਰ ਸਾਹਿਬ ਪਈ ਹੋਈ ਸੀ, ਉਹ ਉਸ ਹਮਲੇ ਦੇ ਦੌਰਾਨ ਜਿਹੜੀ ਹੈ ਭੀੜ ਜਿਹੜੀ ਹੈ ਉਹ ਨਸ਼ਟ ਕਰ ਦਿੱਤੀ ਗਈ ਤੇ ਅਗਨ ਭੇਟ ਹੋ ਗਈ। ਉਹ ਇਸ ਕਰਕੇ ਜਿਹੜਾ ਵੀ ਕੋਈ ਇੱਕ ਸਬੂਤ ਸੀ ਕਿ ਦਮਦਮੀ ਭੀੜ ਦੇ ਅੰਦਰ ਰਾਗਮਾਲਾ ਨਹੀਂ ਹੈ, ਉਹ ਸਬੂਤ ਉੱਥੇ ਖਤਮ ਹੋ ਗਿਆ। ਸਨ 1988 ਦੇ ਵਿੱਚ ਭਾਈ ਜਸਬੀਰ ਸਿੰਘ ਜੀ ਰੋਡੇ ਜਿਹੜੇ ਸੀ, ਉਹ ਅਕਾਲ ਤਖਤ ਦੇ ਜਥੇਦਾਰ ਬਣ ਗਏ ਤੇ ਉਹਨਾਂ ਨੇ ਆ ਕੇ ਆਪਣੇ ਧੱਕੇ ਜ਼ੋਰੀ ਦੇ ਨਾਲ ਜਿਹੜੀ ਭਿੰਡਰਾਂ ਜੱਥੇ ਦੀ ਮਰਿਆਦਾ ਸੀ ਉਹ ਜ਼ਬਰਦਸਤੀ ਲਾਗੂ ਕਰ ਦਿੱਤੀ। ਰਹਿਰਾਸ ਦਾ ਸਰੂਪ ਵੀ ਵੱਡਾ ਕਰ ਦਿੱਤਾ, ਉਹਦੇ ਵਿੱਚ ਕਿਰਪਾ ਕਰੀ ਹਮ ਪਰ ਜਗ ਮਾਤਾ ਵਗੈਰਾ ਵਗੈਰਾ, ਇਹ ਸਾਰੀਆਂ ਜਿਹੜੀਆਂ ਦਸਮ ਗ੍ਰੰਥੀਆਂ ਵੱਖਰੀ ਵਾਧੂ ਰਚਨਾਵਾਂ ਸੀਗੀਆਂ ਉਹ ਪੜ੍ਹਨੀਆਂ ਸ਼ੁਰੂ ਹੋ ਗਈਆਂ। ਰਾਗਮਾਲਾ ਪੜ੍ਹ ਕੇ ਭੋਗ ਪਾਉਣਾ ਸ਼ੁਰੂ ਕਰ ਦਿੱਤਾ ਤੇ ਜਿੰਨਾ ਚਿਰ ਉਹਨਾਂ ਦਾ ਕੰਟਰੋਲ ਰਿਹਾ ਇਹ ਉਸ ਤਰ੍ਹਾਂ ਦੀ ਮਰਿਆਦਾ ਉੱਥੇ ਚਲਦੀ ਰਹੀ। ਫਿਰ ਜਦੋਂ ਉਹਨਾਂ ਦਾ ਕੰਟਰੋਲ ਜਦੋਂ ਹਟਿਆ ਤੇ ਉਸ ਤੋਂ ਬਾਅਦ ਇਹ ਮਰਿਆਦਾ ਥੋੜੇ ਸਮੇਂ ਤੇ ਵਕਫਾ ਪਾ ਕੇ ਤੇ ਦੁਬਾਰਾ ਪੁਰਾਣੀ ਮਰਿਆਦਾ ਐਸਟੈਬਲਿਸ਼ ਕਰ ਦਿੱਤੀ ਗਈ। ਸਨ 2010 ਦੇ ਵਿੱਚ ਫਿਰ ਹੁਣ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਇਕਬਾਲ ਸਿੰਘ ਜੀ ਸੀ, ਇਹਨਾਂ ਨੇ ਫਿਰ ਇਹ ਬਖੇੜਾ ਖੜਾ ਕੀਤਾ ਤੇ ਆਪਣੇ ਕੋਲੋਂ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਰਾਗਮਾਲਾ ਪੜ੍ਹਨੀ ਹੈ। ਤੇ ਉਹਨਾਂ ਨੇ ਕਹਿ ਦਿੱਤਾ ਕਿ ਵੀ ਜਿਹੜੇ ਸਰੂਪ ਦੇ ਅੰਦਰ ਰਾਗਮਾਲਾ ਨਾ ਹੋਵੇ ਉਹ ਸਰੂਪ ਛਪਣੇ ਹੀ ਨਹੀਂ ਚਾਹੀਦੇ, ਕੁਝ ਇਸ ਤਰ੍ਹਾਂ ਦੀ ਗੱਲ ਵੀ ਉਹਨਾਂ ਨੇ ਕਰ ਦਿੱਤੀ। ਪਰ ਅਕਾਲ ਤਖਤ ਸਾਹਿਬ ਵੱਲੋਂ ਇਹ ਕਲੈਰੀਫਿਕੇਸ਼ਨ ਫਿਰ 23 ਅਗਸਤ 2010 ਨੂੰ ਜਾਰੀ ਕੀਤੀ ਗਈ ਕਿ ਸਿਰਫ ਹੁਕਮਨਾਮਾ ਜਾਰੀ ਕਰਨ ਦੀ ਜੋ ਅਥਾਰਟੀ ਹੈ ਉਹ ਕੇਵਲ ਤੇ ਕੇਵਲ ਅਕਾਲ ਤਖਤ ਦੀ ਹੈ ਤੇ ਪਟਨਾ ਸਾਹਿਬ ਦੇ ਜਥੇਦਾਰ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਕਿਸੇ ਮਸਲੇ ਬਾਰੇ ਕੋਈ ਹੁਕਮਨਾਮਾ ਜਾਰੀ ਕਰਨ। ਸੋ ਇਸ ਕਰਕੇ ਜੋ 1945 ਦੀ ਰਹਿਤ ਮਰਿਆਦਾ ਦੇ ਵਿੱਚ ਜੋ ਫਾਈਨਲ ਪੰਥ ਦੀ ਕੰਪਰੋਮਾਈਜ਼ ਫਾਰਮੂਲਾ ਜੋ ਫਾਈਨਲ ਕੀਤਾ ਗਿਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਭੀੜ ਛਪੇਗੀ ਰਾਗਮਾਲਾ ਦੇ ਸਹਿਤ, ਪਰ ਪਾਠ ਦਾ ਭੋਗ ਚਾਹੇ ਪੜ੍ਹ ਕੇ ਤੇ ਚਾਹੇ ਨਾ ਪੜ੍ਹ ਕੇ ਪਾਇਆ ਜਾਵੇ। ਇਹ ਜੋ ਸਥਾਨਕ ਰੀਤੀ ਹੈ ਉਹਦੇ ਮੁਤਾਬਕ ਜੋ ਮਰਿਆਦਾ ਹੋਵੇ ਉਹ ਹੀ ਲਾਗੂ ਰਹੇਗੀ। तो यही फैसला अज तक लागू है, तो जो अज तक चल रहा है। इस तो अगा अजे कोई होर ਇਹਦੇ 'ਚ कोई तब्दीली नहीं है। सो इतनी कोई जानकारी जो है अवेलेबल है जो आप जी नाल साझी कीती है। किसी सज्जन पास होर इस तो वधेरे कोई जानकारी होवे तो जरूर साझी करन जी। वाहिगुरू जी का खालसा वाहिगुरू जी की फतेह। संगत जी MP ਸਿੰਘ ਜੀ ਨੇ ਬੜੇ ਮਿਹਨਤ ਦੇ ਨਾਲ ਕੱਲੇ ਮਤਲਬ ਵੀ ਡੇਟਾ ਲੈ ਕੇ ਇਹ ਸਾਰਾ ਸਾਨੂੰ ਦੱਸਿਆ। तो ਚਾਹੀਦਾ ਤੇ ਹੈ ਕਿ ਮਸਲੇ ਜਿਹੜੇ ਨੇ ਕੋਈ ਖੜੇ ਵੀ ਹੋਣ ਤਾਂ ਹੱਲ ਹੋ ਜਾਣ, ਪਰ ਚਲੋ ਕਈਆਂ ਮਜਬੂਰੀਆਂ ਕਰਕੇ ਦੇਖੋ ਇਹ ਮਤਲਬ ਵੀ ਦਿਹਾਕੇ ਲੰਘੀ ਜਾਂਦੇ ਨੇ, ਨਹੀਂ ਹੋਏ। ਪਰ ਬੇਨਤੀ ਹੈ ਕਿ ਕੋਈ ਵੀ ਐਸਾ ਫਿਰ ਵੀ ਨਹੀਂ ਕੰਮ ਹੋਣਾ ਚਾਹੀਦਾ ਜਿਹਦੇ ਨਾਲ ਸਿੱਖ ਪੰਥ ਵਿੱਚ ਦਫਾੜ ਪੈਂਦਾ ਹੋਵੇ। ਇਸ ਕਰਕੇ ਇਸ ਜਿਹੜਾ ਸਵਾਲ ਹੈ ਇਹਨੂੰ ਇਸ ਮਸਲੇ ਨੂੰ ਕਦੀ ਵੀ ਇਸ਼ੂ ਨਹੀਂ ਬਣਾਉਣਾ ਚਾਹੀਦਾ। ਇਹ ਸਾਰੀ ਸੰਗਤ ਨੂੰ ਬੇਨਤੀ ਹੈ ਤਾਂ ਜੇ ਸਿੱਖ ਪੰਥ ਵਿੱਚ ਏਕਤਾ ਜਿਹੜੀ ਹੈ ਬਣੀ ਰਹੇ। ਮੈਂ ਇੱਕ ਗੱਲ ਯਾਦ ਆਈ ਹੈ, ਘਟਨਾ ਜਲੰਧਰ ਦੇ ਕੋਲ ਨਕੋਦਰ ਕਸਬਾ, ਉੱਥੇ ਦੇ ਇੱਕ ਸੱਜਣ ਨੇ ਬੜੇ ਬਹੁਤ ਗੁਰਮੁਖ ਬੰਦੇ ਨੇ, ਗੁਰਬਾਣੀ ਵਿਆਕਰਨ ਦੇ ਵੀ ਬਹੁਤ ਮਾਹਰ ਨੇ। ਉਹਨਾਂ ਕੋਲ ਕੋਈ ਸਮੱਸਿਆ ਆਵੇ ਤਾਂ ਉਹਨਾਂ ਕੋਲੋਂ ਪੁੱਛੀ ਜਾਂਦੀ। ਉਹਨਾਂ ਨੇ ਗਰਮੀਆਂ ਦੀਆਂ ਛੁੱਟੀਆਂ ਜਦ ਉੱਥੇ ਹੁੰਦੀਆਂ ਨੇ ਤਾਂ ਉਹਨਾਂ ਨੇ ਪਿੰਡਾਂ ਦੇ ਵਿੱਚ ਨਿਸ਼ਕਾਮ ਤੌਰ ਤੇ ਸਹਿਜ ਪਾਠ ਸ਼ੁਰੂ ਕੀਤਾ ਤਾਂ ਜੇ ਯੰਗਸਟਰਸ ਨੂੰ ਨਾਲ ਜੋੜਿਆ ਜਾਏ। तो एक सहज पाठ हो जाना, उस तो बाद उन्होंने दूजा शुरू कर देना। तो इस तरह 5-7 दिन करना तो अगे संगत ने रल मिल के कर वो जिस करते सन तो रागमाला नहीं सी पढ़ते। एक दिन एक बीबी उन्होंने को आई कहन कि मास्टर जी तुसी रागमाला नहीं पढ़ते? वो कहते कोई नहीं बीबा पढ़ते ने। उन्होंने अगले दिन जो नैक्सट पास रखना सी वो फिर पढ़ती। मैं एक गल इस करके सुनाई है भी पहले नहीं पढ़ी, ਜੇ ਕਿਸੇ ਨੇ ਕਿਹਾ ਤਾਂ ਪੜ੍ਹਤੀ, ਭਾਵ ਇਹ ਹੈ ਕਿ ਇਹਨੂੰ ਇਸ਼ੂ ਨਾ ਬਣਾਇਆ ਜਾਏ। ਤੇ ਜਿਸ ਤਰ੍ਹਾਂ ਰਹਿਤ ਮਰਿਆਦਾ ਵਿੱਚ ਲਿਖਿਆ ਕਿ ਬੀੜ ਜਿਹੜੀ ਹੈ ਉਹ ਛਪੇ ਨਾ ਵਿਦਆਊਟ ਰਾਗਮਾਲਾ, ਪਰ ਰਾਗਮਾਲਾ ਸਥਾਨਕ ਰੋਹ ਰੀਤੀਆਂ ਅਨੁਸਾਰ ਜੋ ਵੀ ਹੈ ਉਹਦੇ ਮੁਤਾਬਕ ਪੜ੍ਹੀ ਜਾਏ ਜਾਂ ਨਾ ਪੜ੍ਹੀ ਜਾਏ। ਸਾਨੂੰ ਇਹਦੇ ਤੇ ਹੀ ਪਹਿਰਾ ਦੇਣਾ ਚਾਹੀਦਾ ਜਿਤਨਾ ਚਿਰ ਸਿੱਖ ਪੰਥ ਵੱਲੋਂ ਇਸ ਗੱਲ ਦਾ ਕੋਈ ਫਾਈਨਲ ਨਿਰਣਾ ਨਹੀਂ ਹੁੰਦਾ। ਮੈਂ ਫਿਰ ਬੇਨਤੀ ਕਰਦੇ ਹਾਂ ਕਿ ਇਸ ਇਸ਼ੂ ਨੂੰ, ਕਿਉਂਕਿ ਸਵਾਲ ਸਾਡੇ ਕੋਲ ਆਇਆ, ਡਿਸਕਸ ਜ਼ਰੂਰ ਕਰਨਾ ਸੀ, ਪਰ ਇਹਨੂੰ ਇਸ਼ੂ ਨਹੀਂ ਬਣਾਉਣਾ। ਤੇ ਜਿਸ ਤਰ੍ਹਾਂ ਸਿੱਖ ਪੰਥ ਵਿੱਚ ਏਕਤਾ ਚੱਲ ਰਹੀ ਹੈ ਉਹ ਚੱਲਣੀ ਚਾਹੀਦੀ। ਧੰਨਵਾਦ। MP ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਮਿਹਨਤ ਨਾਲ
ਸਾਨੂੰ ਕੱਲੀ ਘਟਨਾ ਜਿਹੜੀ ਹੈ ਉਹ ਜਾਣੂ ਕਰਵਾਇਆ ਹੈ। ਤੋ ਆਓ ਸਾਧ ਸੰਗਤ ਜੀ ਆਪਾਂ ਅਗਲਾ ਸਵਾਲ ਜਿਹੜਾ ਹੈ ਉਹ ਜਪਜੀ ਸਾਹਿਬ ਦੇ ਵਿੱਚ ਔਰ ਹੋਰ ਵੀ ਕਈ ਥਾਂ ਤੇ ਜਿਹੜਾ ਅੱਖਰ ਭੱਬੇ ਨੂੰ ਸਿਹਾਰੀ ਤੇ ਭੱਬੇ ਨੂੰ ਬਿਹਾਰੀ, ਇਹ ਜਿਹੜਾ ਧੀ ਲਫ਼ਜ਼ ਹੈ ਇਹ ਦੋ ਰੂਪਾਂ ਚ ਆਉਂਦਾ, ਸਿਹਾਰੀ ਨਾਲ ਵੀ ਤੇ ਬਿਹਾਰੀ ਨਾਲ ਵੀ। ਤੇ ਸਾਡੇ ਕੋਲ ਜਿਹੜਾ ਸਵਾਲ ਆਇਆ ਉਹਦੇ ਚ ਉਹਨਾਂ ਨੇ ਸਵਾਲ ਕਰਤਾ ਨੇ ਪੁੱਛਿਆ ਕਿ ਇਹ ਦੱਸੋ ਵੀ ਦੋਨਾਂ ਵਿੱਚ ਕੋਈ ਅੰਤਰ ਵੀ ਹੈ ਕਿ ਨਹੀਂ, ਵੀ ਭੱਬੇ ਨੂੰ ਸਿਹਾਰੀ ਹੋਵੇ ਜਾਂ ਭੱਬੇ ਨੂੰ ਬਿਹਾਰੀ ਹੋਵੇ, ਆਪਾਂ ਬੋਲਦੇ ਭੇ ਜਾਂ ਭੀ ਆ, ਵੀ ਆਇਆ ਇਹਨਾਂ ਦਾ ਕੋਈ ਅਰਥ ਸਮਾਨ ਨੇ ਜਾਂ ਵੱਖਰੇ ਨੇ ਜਾਂ ਕੋਈ ਹੋਰ ਕਾਰਨ ਹੈ ਵੀ ਇੱਕ ਥਾਂ ਸਿਹਾਰੀ ਤੇ ਇੱਕ ਥਾਂ ਬਿਹਾਰੀ ਆ ਰਹੀ ਹੈ। ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਕਿ ਉਹ ਸਾਨੂੰ ਇਸ ਬਾਰੇ ਜਾਣੂ ਕਰਵਾਉਣ ਜੀ ਕਿ ਇਹ ਅੱਖਰ ਸਿਹਾਰੀ ਤੇ ਬਿਹਾਰੀ ਨਾਲ ਆ ਰਿਹਾ ਤੇ ਕਾਇਆ ਕੋਈ ਫਰਕ ਹੈ ਜਾਂ ਨਹੀਂ। ਵੀਰ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਤਿਕਾਰਯੋਗ ਵੀਰ ਜੀ ਨੇ ਦੱਸਿਆ ਹੈ, ਇਹ ਸ਼ਬਦ ਦੋ ਰੂਪਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ। ਬਹੁਤਾਤ ਵਿੱਚ ਇਹਦਾ ਜੋ ਸਰੂਪ ਹੈ ਉਹ ਭੱਬੇ ਨੂੰ ਬਿਹਾਰੀ ਹੈ। ਕਿਤੇ ਕਿਤੇ ਇਹ ਸ਼ਬਦ ਜੋ ਹੈ ਉਹ ਭੱਬੇ ਨੂੰ ਸਿਹਾਰੀ ਨਾਲ ਵੀ ਆਇਆ ਹੈ। ਤੋ ਅਸੀਂ ਇਹਨੂੰ ਇਉਂ ਵੀ ਸਮਝ ਸਕਦੇ ਹਾਂ ਕਿ ਇੱਕੋ ਸ਼ਬਦ ਹੈ ਜਿਸ ਦੇ ਦੋ ਸਪੈਲਿੰਗ ਹਨ। ਤੋ ਇਹ ਕੁਝ ਇਹਦੇ ਅਰਥ ਜੋ ਹਨ ਉਹ ਇਹ ਹਨ, ਇਹਨੂੰ ਜਿਵੇਂ ਅਸੀਂ ਆਮ ਭਾਸ਼ਾ ਦੇ ਵਿੱਚ ਅੱਜ ਕੱਲ੍ਹ ਇਸਤੇਮਾਲ ਕਰਦੇ ਹਾਂ ਵੀ ਇਹ ਵੀ ਕਰਨਾ ਹੈ ਤੇ ਉਹ ਵੀ ਕਰਨਾ ਹੈ, ਜਾਂ ਵੀ ਲਫ਼ਜ਼ ਜੋ ਹੈ ਉਹ ਅਸੀਂ ਜਿਸ ਤਰ੍ਹਾਂ ਇਸਤੇਮਾਲ ਕਰਦੇ ਹਾਂ ਤਾਂ ਉਸ ਸੈਂਸ ਦੇ ਵਿੱਚ ਇਹ ਸ਼ਬਦ ਜੋ ਹੈ ਉਹ ਵਰਤਿਆ ਗਿਆ ਹੈ। ਕੁਝ ਅਸੀਂ ਇਹਦੀਆਂ ਉਦਾਹਰਨਾਂ ਲੈ ਲਈਏ, ਕਿਉਂਕਿ ਜਿਵੇਂ ਵਰਤੋਂ ਹੁੰਦੀ ਹੈ ਇਹਦੀ ਉਹਦੇ ਨਾਲ ਹਲਕਾ ਜਿਹਾ ਫਰਕ ਪੈ ਜਾਂਦਾ ਹੈ, ਹਾਲਾਂਕਿ ਇਹਦਾ ਜੋ ਅਰਥ ਹੈ ਉਹ ਮੁੱਖ ਤੌਰ ਤੇ ਉਹੀ ਰਹਿੰਦਾ ਹੈ ਜੋ ਪਹਿਲਾਂ ਦੱਸਿਆ ਗਿਆ ਹੈ। ਵੀ ਜਿਸ ਤਰ੍ਹਾਂ ਭੀ ਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਨ, ਭਾਵ ਉਹਨਾਂ ਇਸਤਰੀਆਂ ਨੂੰ ਵੀ ਸਤੀਆਂ ਹੀ ਕਹਿਣਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ ਜੋ ਆਪਣੇ ਪਤੀ ਬ੍ਰਤ ਧਰਮ ਵਿੱਚ ਪੱਕੀਆਂ ਰਹਿੰਦੀਆਂ। ਤੋ ਇੱਥੇ ਵੀ ਇਹਦਾ ਅਰਥ ਵੀ ਦੀ ਸੈਂਸ ਵਿੱਚ ਹੀ ਹੈ। ਇਸੇ ਤਰ੍ਹਾਂ ਹੀ ਹੋਰ ਕੁਝ ਉਦਾਹਰਨਾਂ ਆਪਾਂ ਲੈ ਲਈਏ। ਤਾਰੇਂਦੜੋ ਵੀ ਤਾਰ ਨਾਨਕ ਫਿਰ ਸਿਉ ਰਤਿਆਂ। ਤੋ ਤਾਰੇਂਦੜੋ ਵੀ ਤਾਰ, ਉਹ ਆਪ ਵੀ ਤਰ ਜਾਂਦੇ ਹਨ ਤੇ ਹੋਰਨਾਂ ਨੂੰ ਵੀ ਤਾਲ ਲੈਂਦੇ ਹਨ। ਕੌਣ? ਜੋ ਉਸ ਅਕਾਲ ਪੁਰਖ ਦੇ ਫਿਰ ਸਿਉ ਰਤਿਆ, ਉਹਦੇ ਰੰਗ ਵਿੱਚ ਰੱਤੇ ਹੁੰਦੇ ਹਨ। ਤੋ ਇੱਥੇ ਵੀ ਇਹਦਾ ਅਰਥ ਜੋ ਹੈ ਉਹ ਵੀ ਜਾਂ ਵੀ ਦੇ ਸੈਂਸ ਦੇ ਵਿੱਚ ਹੀ ਆਇਆ ਹੈ। ਹੁਣ ਇੱਕ ਹੋਰ ਜਗ੍ਹਾ ਤੇ ਅਸੀਂ ਦੇਖੀਏ, ਸਤਿਗੁਰ ਕੈ ਭੈਣ ਭਾਣੈ ਭੀ ਚੱਲੈ ਤਾਂ ਦਰਗਾਹ ਪਾਵੈ ਮਾਨ। ਤਾਂ ਹੁਣ ਇੱਥੇ ਭੀ ਇਹਦੇ ਅਰਥ ਮੁੱਖ ਤੌਰ ਤੇ ਤਾਂ ਉਹੀ ਹਨ, ਪਰ ਵਰਤੋਂ ਦੇ ਹਿਸਾਬ ਨਾਲ ਹਲਕੀ ਜਿਹੀ ਇਹਦੇ ਵਿੱਚ ਮੋਡੀਫਿਕੇਸ਼ਨ ਹੋ ਜਾਂਦੀ ਹੈ ਕਿ ਜੇ ਤੂੰ ਸਤਿਗੁਰ ਦੇ ਭਾਣੇ ਦੇ ਵਿੱਚ ਚੱਲੇਗਾ ਤਾਂ ਇਹਦੇ ਅਰਥ ਇੱਥੇ ਜੇ ਵਾਲੇ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਜੇ ਭੁੱਲੀ ਜੇ ਚੁੱਕੀ ਸਾਈਂ ਵੀ ਤਹਿੰਜੀ ਕਾਢੀਆਂ। ਤਾਂ ਇੱਥੇ ਵੀ ਅਰਥ ਜਿਹੜਾ ਹਲਕਾ ਜਿਹਾ ਮੋਡੀਫਾਈ ਹੋ ਜਾਂਦਾ ਹੈ ਕਿ ਜੇ ਭੁੱਲੀ ਜੇ ਚੁੱਕੀ ਸਾਈਂ ਵੀ ਤਹਿੰਜੀ, ਤਾਂ ਵੀ ਇਹਦਾ ਅਰਥ ਜਿਹੜਾ ਹੈ ਤਾਂ ਵੀ ਮੈਂ ਤੇਰੀ ਹੀ ਹਾਂ, ਮੈਂ ਤੇਰਾ ਹੀ ਦਾਸ ਹਾਂ ਤੇ ਤੇਰੀ ਹੀ ਸ਼ਰਨ ਦੇ ਵਿੱਚ ਹਾਂ। ਇੱਥੇ ਤਾਂ ਵੀ ਇਹਦੇ ਅਰਥ ਹੋ ਜਾਂਦੇ ਹਨ। ਤੇ ਇਸੇ ਤਰ੍ਹਾਂ ਹੀ ਹੋਰ ਵੀ ਕਈ ਥਾਵਾਂ ਤੇ ਵਰਤਿਆ ਗਿਆ ਹੈ, ਵੀ ਤੇਰੀ ਕੀਮਤ ਨਾ ਪਵੈ ਹੋ ਕੇਵਲ ਡਾਖਾ ਨਾਉ, ਤੇ ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ। ਤਾਂ ਮੁੱਖ ਤੌਰ ਦੇ ਉੱਤੇ ਇਹਦਾ ਅਰਥ ਜੋ ਹੈ ਉਹ ਵੀ ਦੀ ਸੈਂਸ ਵਿੱਚ ਹੈ ਅਤੇ ਦੀ ਸੈਂਸ ਵਿੱਚ ਹੈ। ਤੇ ਜਦੋਂ ਅਸੀਂ ਭੱਬੇ ਨੂੰ ਸਿਹਾਰੀ ਵੀ ਜੋ ਹੈ ਉਹਦੇ ਅਰਥ ਦੇਖਦੇ ਹਾਂ ਤੇ ਉਹਦਾ ਅਰਥ ਬਿਲਕੁਲ ਇਹਨਾਂ ਹੀ ਸੈਂਸਸ ਦੇ ਵਿੱਚ ਵਰਤਿਆ ਗਿਆ ਹੈ। ਹਾਲਾਂਕਿ ਜਿੱਥੇ ਜਿੱਥੇ ਵਰਤਿਆ ਗਿਆ ਹੈ ਉਹਦੇ 'ਚ ਇੰਨੀ ਵੇਰੀਏਸ਼ਨ ਇੱਥੇ ਨਹੀਂ ਮਿਲਦੀ। ਤਾਂ ਮੁੱਖ ਤੌਰ ਤੇ ਜੋ ਇਹਦਾ ਮੇਨ ਅਰਥ ਹੈ ਵੀ ਵਾਲਾ, ਉਹਦੇ ਵਿੱਚ ਹੀ ਇਹ ਵਰਤਿਆ ਗਿਆ ਹੈ। ਜਿਵੇਂ ਕਿ ਇਹ ਵੀ ਦਾਤ ਤੇਰੀ ਦਾਤਾਰ, ਜਾਂ ਲਾਗੂ ਹੋਏ ਦੁਸ਼ਮਣਾ ਸਾਕ ਭੇ ਭੱਜ ਖਲੇ। ਇਸੇ ਤਰ੍ਹਾਂ ਹੀ ਏਤਾ ਤਾਣ ਹੋਵੇ ਮਨ ਅੰਦਰ ਕਰੀ ਵੀ ਆਖ ਕਰਾਈ। ਤਾਂ ਕਹਿਣ ਤੋਂ ਭਾਵ ਹੈ ਕਿ ਅਨੇਕਾਂ ਥਾਵਾਂ ਦੇ ਉੱਤੇ ਇਹ ਸ਼ਬਦ ਜੋ ਹੈ ਉਹ ਵੀ ਦੀ ਸੈਂਸ ਵਿੱਚ ਹੀ ਵਰਤਿਆ ਗਿਆ ਹੈ। ਇਸੇ ਤਰ੍ਹਾਂ ਹੀ ਜੋ ਸ਼ਲੋਕ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ ਉਹਦੇ ਵਿੱਚ ਵੀ ਜਦੋਂ ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਹੈ ਤਾਂ ਭੱਬੇ ਨੂੰ ਸਿਹਾਰੀ ਦੇ ਨਾਲ ਆਇਆ ਹੈ ਕਿ ਸੱਚ ਨਾਨਕ ਹੋਸੀ ਵੀ ਸੱਚ।
ਤੋ ਇਹਦਾ ਉਚਾਰਨ ਵੀ ਉਹੀ ਹੋਣਾ ਚਾਹੀਦਾ ਹੈ, ਕਿਉਂਕਿ ਇਹ ਦੋਨੋਂ ਰੂਪਾਂ ਦੇ ਵਿੱਚ ਮਿਲਦਾ ਹੈ। ਪਰ ਕਈ ਸੱਜਣ ਜੋ ਹਨ ਇਹਨੂੰ ਇਨਸਿਸਟ ਕਰਦੇ ਹਨ ਕਿ ਇਹਨੂੰ ਅਸੀਂ ਵੱਖਰੇ ਤੌਰ ਦੇ ਉੱਤੇ ਬੋਲਣਾ ਹੈ, ਤੇ ਜੇ ਵੱਖਰੇ ਤੌਰ ਤੇ ਬੋਲਣ ਦੀ ਸਾਡੀ ਜ਼ਿੱਦ ਹੋਵੇ ਵੀ ਤੇ ਤਾਂ ਵੀ ਸਿਹਾਰੀ ਦਾ ਉਚਾਰਨ ਸਿਹਾਰੀ ਵਾਲਾ ਹੀ ਹੋਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਕਿਤੇ ਅਸੀਂ, ਜਿਵੇਂ ਕਿ ਅੱਜ ਕੱਲ੍ਹ ਰਿਵਾਜ ਬਣ ਗਿਆ, ਉੱਥੇ ਸਿਹਾਰੀ ਨੂੰ ਅਸੀਂ ਲਾ ਵਾਲਾ ਉਚਾਰਨ ਕਰਨਾ ਸ਼ੁਰੂ ਕਰ ਦਈਏ। ਵੈਸੇ ਤਾਂ ਇਹਦਾ ਉਚਾਰਨ ਦੋਹਾਂ ਦਾ ਬਿਲਕੁਲ ਇੱਕੋ ਢੰਗ ਨਾਲ ਹੀ ਹੋਣਾ ਚਾਹੀਦਾ ਹੈ, ਪਰ ਜੇ ਅਸੀਂ ਇਹਨੂੰ ਥੋੜਾ ਜਿਹਾ ਫਰਕ ਕਰਕੇ ਕਰਨਾ ਹੀ ਚਾਹੁੰਦੇ ਹਾਂ ਤਾਂ ਫਿਰ ਵੀ ਸਿਹਾਰੀ ਵਾਲਾ ਹੀ ਥੋੜਾ ਜਿਹਾ ਹਲਕਾ ਕਰ ਦੇਣਾ ਚਾਹੀਦਾ ਹੈ। ਪਰ ਜੇ ਇਹਨੂੰ ਲਾ ਦੇ ਨਾਲ ਉਚਾਰਨ ਕਰੀਏ ਤਾਂ ਉਹ ਤਾਂ ਬਿਲਕੁਲ ਗਲਤ ਵਾਲੀ ਗੱਲ ਹੋ ਜਾਂਦੀ ਹੈ। ਤੋ ਦਾਸ ਦਾ ਸੁਝਾਅ ਤੇ ਇਹੀ ਹੈ ਕਿ ਇਹਦਾ ਉਚਾਰਨ ਜੋ ਹੈ ਦੋਹਾਂ ਸ਼ਬਦਾਂ ਦਾ, ਵੀ ਤੇ ਭੱਬੇ ਨੂੰ ਬਿਹਾਰੀ ਤੇ ਭੱਬੇ ਨੂੰ ਸਿਹਾਰੀ, ਇਹਨਾਂ ਦੋਹਾਂ ਦਾ ਇੱਕੋ ਜਿਹਾ ਹੀ ਉਚਾਰਨ ਹੋਣਾ ਚਾਹੀਦਾ ਹੈ। ਔਰ ਅਸੀਂ ਕਰਦੇ ਵੀ ਹਾਂ। ਜਿਸ ਤਰ੍ਹਾਂ ਹੁਰਮਤ ਤਿਸਨੋਂ ਅਗਲੀ ਉਹ ਵਜੋਂ ਵਿਧੂ ਨਾ ਖਾਏ, ਇੱਥੇ ਵੀ ਭੱਬੇ ਨੂੰ ਸਿਹਾਰੀ ਹੈ। ਤੋ ਇਸੇ ਢੰਗ ਦੇ ਨਾਲ ਹੀ ਇਹਦਾ ਉਚਾਰਨ ਹੋਣਾ ਚਾਹੀਦਾ ਹੈ। ਔਰ ਅਰਥਾਂ ਦੇ ਵਿੱਚ ਬਿਲਕੁਲ ਕੋਈ ਫਰਕ ਨਹੀਂ, ਬਿਲਕੁਲ ਉਹੀ ਹਨ ਜੋ ਸਟੈਂਡਰਡ ਹਨ ਕਿ ਵੀ ਦੀ ਸੈਂਸ ਦੇ ਵਿੱਚ ਹੀ ਇਹਦੇ ਅਰਥ ਹਨ ਜੀ। ਉਹੀ ਭੁੱਲ ਚੁੱਕ ਦੀ ਖਿਮਾ ਜੀ। ਆਪ ਜੀ ਇਹਦੇ ਵਿੱਚ ਕੋਈ ਭੁੱਲ ਚੁੱਕ ਹੋਵੇ, ਕੋਈ ਹੋਰ ਐਡ ਕਰ ਸਕਦੇ ਹੋ ਤਾਂ ਮੇਰੀ ਬੇਨਤੀ ਹੈ ਕਿ ਆਪ ਜੀ ਇਹਦੇ ਵਿੱਚ ਐਡ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਉਚਾਰਨ ਵੀ ਤਕਰੀਬਨ ਸੇਮ ਹੈ ਤੇ ਅਰਥ ਵੀ ਸੇਮ ਹੈ, ਵੀਰ ਜੀ ਨੇ ਦੱਸਿਆ। ਤੋ ਆਸ ਹੈ ਜਿਨ੍ਹਾਂ ਦਾ ਇਹ ਸਵਾਲ ਹੈ, ਬਾਕੀ ਸੰਗਤ ਵੀ ਇਸ ਗੱਲ ਦੀ ਸਾਨੂੰ ਕਲੈਰਿਟੀ ਹੋ ਗਈ ਹੈ। ਦੇਖੋ, ਜਿਹੜੀਆਂ ਲੈਂਗੁਏਜਸ ਨੇ, ਬੋਲੀਆਂ ਨੇ, ਇਹ ਸਮਾਂ ਪਾ ਕੇ ਬਦਲਦੀਆਂ ਰਹਿੰਦੀਆਂ। ਕਈ ਅੱਖਰ ਨਵੇਂ ਆਉਂਦੇ ਰਹਿੰਦੇ ਨੇ, ਕਈਆਂ 'ਚ ਚੇਂਜ ਆ ਜਾਂਦੀ ਹੈ। ਤੋ ਸਮੇਂ ਦੇ ਮੁਤਾਬਕ ਵੀ ਕਈ ਵਾਰੀ ਚੇਂਜਸ ਵੀ ਆ ਜਾਂਦੀਆਂ ਨੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਛ ਲਿਖਿਆ, ਆਪਾਂ ਵੱਡੀ ਗੱਲ ਤਾਂ ਇਹ ਹੈ ਸਾਧ ਸੰਗਤ ਜੀ ਕਿ ਅਸੀਂ ਭਾਵ ਨਾਲ ਜੁੜਨਾ। ਇਹ ਠੀਕ ਹੈ ਕਿ ਸਪੈਲਿੰਗ ਵੀ ਬੜੇ ਜ਼ਰੂਰੀ ਨੇ, ਪਰ ਉਦੋਂ ਜ਼ਿਆਦਾ ਜ਼ਰੂਰੀ ਹੈ ਕਿ ਭਾਵ ਕੀ ਹੈ। ਜਿਸ ਵੇਲੇ ਸਾਨੂੰ ਭਾਵ ਸਮਝ ਆ ਜਾਏਗਾ ਤਾਂ ਸਾਨੂੰ ਅਸਰ ਤਾਂ ਭਾਵ ਨੇ ਕਰਨਾ। ਤੋ ਫਿਰ ਵੀ ਖੈਰ ਗ੍ਰਾਮੈਟੀਕਲੀ ਜਾਂ ਸਪੈਲਿੰਗ ਦੇ ਤੌਰ ਤੇ ਵੀ ਉਹਦੀ ਇਨਫੋਰਮੇਸ਼ਨ, ਜਾਣਕਾਰੀ ਰੱਖਣੀ ਬਹੁਤ ਚੰਗੀ ਗੱਲ ਹੈ। ਪਰ ਫਿਰ ਵੀ ਆਪਾਂ ਭਾਵ ਤੋਂ ਪਰੇ ਨਾ ਜਾਈਏ। ਜੇ ਭਾਵ ਠੀਕ ਆ ਜਾਂਦਾ ਹੈ ਤੇ ਗੱਲ ਚੱਲ ਜਾਂਦੀ ਹੈ। ਆਪਾਂ ਨੂੰ ਇਸ ਬਾਰੇ ਬਹੁਤਾ, ਮੈਨੂੰ ਖਿਆਲ ਹੈ, ਬਹੁਤਾ ਜ਼ਿਆਦਾ ਇੱਦਾਂ ਦਾ ਨਹੀਂ ਸੋਚਣਾ ਚਾਹੀਦਾ। ਧੰਨਵਾਦ ਜਿਹਨਾਂ ਦਾ ਕੁਐਸਚਨ ਆਇਆ ਉਹਨਾਂ ਦਾ ਵੀ, ਔਰ ਵੀਰ ਪ੍ਰਭ ਕੀਰਤਨ ਸਿੰਘ ਜੀ ਦਾ ਵੀ। ਤੋ ਆਓ ਸਾਧ ਸੰਗਤ ਜੀ, ਅਗਲਾ ਸਵਾਲ ਆਪਾਂ ਲੈਂਦੇ ਹਾਂ। ਇਸ ਤਰ੍ਹਾਂ ਕਿ ਜਿੱਥੇ ਸਾਡੇ ਕੋਲ ਸਿੱਖ ਰਹਿਤ ਮਰਿਆਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਉੱਥੇ ਕਈ ਰਹਿਤਨਾਮੇ ਔਰ ਕਈ ਤਰ੍ਹਾਂ ਦੇ ਹੋਰ ਵੀ ਲਿਖਤਾਂ ਜਿਹੜੀਆਂ ਨੇ ਉਹ ਗੁਰੂ ਕਾਲ ਜਾਂ ਉਸ ਤੋਂ ਬਾਅਦ ਦੀਆਂ ਸਾਨੂੰ ਮਿਲਦੀਆਂ ਨੇ, ਤੇ ਉਹਨਾਂ ਤੋਂ ਵੀ ਸਾਨੂੰ ਕਈ ਵਾਰੀ ਅਗਵਾਈ ਮਿਲਦੀ ਹੈ। ਪਰ ਕਈ ਵਾਰੀ ਐਸਾ ਵੀ ਹੁੰਦਾ ਕਿ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਪੂਰੀ ਤਰ੍ਹਾਂ ਕਲੀਅਰ ਨੇ, ਜਾਂ ਕਈ ਵਾਰੀ ਕੋਈ ਐਸੀਆਂ ਗੱਲਾਂ ਵੀ ਸਾਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਰਹਿਤ ਮਰਿਆਦਾ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ ਦੇ ਨਾਲ ਉਹਨਾਂ ਨੂੰ ਕਿਤੇ ਬਹੁਤਾ ਨਾ ਮਿਲਦਾ ਹੋਵੇ, ਤਾਂ ਉਸ ਵੇਲੇ ਸਾਡੇ ਕੋਲ ਆਪਸ਼ਨ ਤੇ ਹੀ ਹੋਣੀ ਚਾਹੀਦੀ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹਦੇ ਮੁਤਾਬਕ ਚੱਲੋ। ਤੋ ਖੈਰ ਇਹੋ ਜਿਹਾ ਇੱਕ ਸਵਾਲ ਸਾਡੇ ਕੋਲ ਜਿਹੜਾ ਆਇਆ, ਇਹ ਸਵਾਲ ਹੈ ਸਾ ਗੁਰਦਿਆਲ ਸਿੰਘ ਜੀ ਕੈਨੇਡਾ ਤੋਂ ਭੇਜ ਰਹੇ ਨੇ। ਉਹਨਾਂ ਨੇ ਭਾਈ ਨੰਦ ਲਾਲ ਸਿੰਘ ਜੀ ਦਾ ਇੱਕ ਉਹਨਾਂ ਦੀ ਕੋਈ ਲਿਖਿਆ, ਜਿਹਨਾਂ ਦੀ ਲਿਖਤ ਚੋਂ ਕਿ 5 ਨੇਮ ਪੁਰ ਸਿੱਖ ਜੋ ਧਾਰੈ 21 ਕੁਲ ਕੁਟੁੰਬ ਕੋ ਧਾਰੇ। ਉਹ ਕਹਿੰਦੇ 21 ਕੁਲਾਂ ਤੋਂ ਕੀ ਭਾਵ ਹੈ। ਇਹ ਮੈਂ ਬੇਨਤੀ ਕਰ ਰਿਹਾ ਵੀ ਤਜਿੰਦਰ ਸਿੰਘ ਜੀ ਨੂੰ ਕਿ ਇਹ ਦੱਸੋ ਵੀ ਇਹ ਜਿਹੜਾ 21 ਕੁਲਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਹੀ ਆਉਂਦਾ, ਤੇ ਇਹ ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ 'ਚ ਵੀ ਆਇਆ ਜਿੱਥੋਂ ਇਹਨਾਂ ਨੇ ਰੈਫਰੈਂਸ ਲਿਆ, ਇਹਦਾ ਕੀ ਭਾਵ ਹੈ 21 ਕੁਲਾਂ ਦਾ। ਵੀਰ ਤਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਰਾਜਾ ਸਿੰਘ ਜੀ ਨੇ ਆਪ ਜੀ ਨੂੰ ਦੱਸ ਦਿੱਤਾ ਹੈ ਕਿ ਇਹ ਜੋ ਭਾਈ ਨੰਦ ਲਾਲ ਸਿੰਘ ਜੀ ਦੇ ਰਹਿਤਨਾਮੇ ਵਿੱਚ ਆਇਆ ਹੈ ਕਿ ਗੁਲ ਬਾਰੇ, ਇਸ ਤਰ੍ਹਾਂ ਹੀ ਜਿਹੜਾ ਵਰਣਨ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿਹੜੇ ਸ਼ਬਦ ਹਨ ਉਹਨਾਂ ਵਿੱਚ ਵੀ ਆਉਂਦਾ ਹੈ। ਲੇਕਿਨ ਜਦੋਂ ਅਸੀਂ ਇਸ ਦੇ ਵਿਚਾਰ ਵੱਲ ਜਾਂਦੇ ਹਾਂ, ਅਰਥ ਭਾਵ ਵੱਲ ਜਾਂਦੇ ਹਾਂ, ਤਾਂ ਸਾਨੂੰ ਉਹ ਵਿਆਖਿਆ ਦੇ ਵਿੱਚ ਇਹ ਮਿਲਦਾ ਹੈ ਆਮ ਤੌਰ ਦੇ ਉੱਪਰ ਕਿ 21 ਕੁਲਾਂ ਹਨ ਕਿ 7 ਜਿਹੜੀਆਂ ਹਨ ਉਹ ਸਹੁਰੇ ਪਰਿਵਾਰ ਦੀਆਂ, 7 ਜਿਹੜੀਆਂ ਹਨ ਉਹ ਨਾਨਕੇ ਪਰਿਵਾਰ ਦੀਆਂ, ਤੇ 7 ਦਾਦਕੇ ਪਰਿਵਾਰ ਦੀਆਂ। ਤੋ ਇਸ ਤਰ੍ਹਾਂ 21 ਕੁਲਾਂ ਜਿਹੜੀਆਂ ਹਨ ਉਹ ਮਿਲਾਈਆਂ ਹਨ। ਲੇਕਿਨ ਜਦੋਂ ਅਸੀਂ ਸਮੁੱਚੇ ਗੁਰਮਤ ਅਸੀਂ ਵਿਆਖਿਆ ਦੇਖਦੇ ਹਾਂ, ਗੁਰਮਤ ਦੀ ਸੋਝੀ ਦੇ ਵੱਲ ਧਿਆਨ ਦਿੰਦੇ ਹਾਂ, ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਆਪਣੇ ਵੀ ਜਿਹੜੇ ਪਰਿਵਾਰ ਹੋਏ ਹਨ,
ਉਹਨਾਂ ਪਰਿਵਾਰਾਂ ਦੇ ਵਿੱਚ ਵੀ ਐਸੇ ਵਿਅਕਤੀ ਹੋਏ ਹਨ ਜਿਨ੍ਹਾਂ ਨੇ ਗੁਰੂ ਘਰ ਦੀ ਮੁਖਾਲਫਤ ਕੀਤੀ ਹੈ, ਔਰ ਜੋ ਗੁਰਮਤਿ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਔਰ ਬਾਕੀ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਆਪਣੇ ਜੀਵਨ ਪ੍ਰਯੰਤ ਕੀਤੀ, ਪ੍ਰੈਕਟੀਕਲ ਕੀਤੀ, ਔਰ ਜੋ ਉਹਨਾਂ ਨੇ ਆਪਣੀ ਗੁਰਬਾਣੀ ਵਿੱਚ ਤਰੀਕਾ ਦੱਸਿਆ ਕੁੱਲ ਜਿਹੜਾ ਉਦਾਹਰਨ ਦਾ ਮਤਲਬ ਆਪਣੇ ਮਨੁੱਖੀ ਜੀਵਨ ਤੋਂ ਇਸ ਸੰਸਾਰ ਸਾਗਰ ਤੋਂ ਪਾਰ ਉਤਰਨ ਦਾ, ਉਹ ਸੀ ਕਿ ਜਿਹੜਾ ਵਿਅਕਤੀ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਔਰ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਆਪਣਾ ਜੀਵਨ ਗੁਰਮਤਿ ਅਨੁਸਾਰ ਬਣਾਉਂਦਾ ਹੈ, ਪ੍ਰਭੂ ਦਾ ਨਾਮ ਸਿਮਰਨ ਕਰਦਾ ਹੈ, ਉਹੀ ਇਸ ਸੰਸਾਰ ਤੋਂ ਪਾਰ ਉਤਰ ਸਕਦਾ ਹੈ। ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਉਦਾਹਰਨ ਦੇਖਦੇ ਹਾਂ, ਸਭ ਤੋਂ ਪਹਿਲਾਂ ਜਿਹੜਾ ਜਪਜੀ ਸਾਹਿਬ ਦੇ ਨਾਲ ਜੋ ਸ਼ਲੋਕ ਹੈ ਪਵਨ ਗੁਰੂ ਪਾਣੀ ਪਿਤਾ, ਉਸ ਦੇ ਵਿੱਚ ਅਖੀਰ ਤੇ ਹੁੰਦਾ ਹੈ ਕਿ ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਕਿ ਉਹ ਮਨੁੱਖ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ, ਉਹਨਾਂ ਦਾ ਇਸ ਸੰਸਾਰ ਵਿੱਚ ਵੀ ਔਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ। ਔਰ ਐਸੇ ਮਨੁੱਖ ਜਿਹੜੇ ਹਨ ਜੋ ਆਪ ਨਹੀਂ ਤਰਦੇ, ਆਪ ਵੀ ਤਰਦੇ ਹਨ, ਉਹ ਦੂਸਰਿਆਂ ਨੂੰ ਵੀ ਤਾਰ ਆਪਣੇ ਨਾਲ ਸੰਗੀ ਸਾਥੀ ਸਗਲ ਤਰਾਈ ਵਾਲੀ ਜਿਹੜੀ ਗੱਲ ਹੈ, ਉਹ ਅਵਸਥਾ ਜਿਹੜੀ ਹੈ ਉਹ ਗੁਰਮਤਿ ਵਿੱਚ ਸਾਨੂੰ ਸਮਝਾਈ ਗਈ ਹੈ। ਫਿਰ ਇਹ ਵੀ ਸਾਨੂੰ ਨਾਮ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰ ਹਰ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰਪੁਰਾ ਆਰਾਧਿਆ ਦਰਗਾਹ ਸੱਚ ਖੜੇ। ਕਿ ਦਰਗਾਹ ਦੇ ਵਿੱਚ ਉਹਨਾਂ ਨੂੰ ਹੀ ਮੁਕਤੀ ਹਾਸਲ ਹੋਈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ। ਔਰ ਸਾਨੂੰ ਹੋਰ ਵੀ ਇਸ ਬਾਰੇ ਵਿਚਾਰ ਸਾਨੂੰ ਜਿਹੜੀ ਹਨ ਅਸੀਂ ਦੇਖਦੇ ਹਾਂ ਕਿ ਗੌੜੀ ਗੁਆਰੇਰੀ ਮਹਿਲਾ ਚੌਥਾ 165 ਅੰਕ ਦੇ ਉੱਤੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ, ਜਬ ਗੁਰ ਮਿਲਿਆ ਤਬ ਮਨ ਵਸ ਆਇਆ, ਤਾਵਤ ਪੰਚ ਰਹੇ ਹਰ ਧਿਆਇਆ, ਆਂਦੇ ਨਗਰੀ ਹਰ ਗੁਣ ਗਾਇਆ। ਤੋ ਇੱਥੇ ਆਂਦਿਨ ਨਗਰੀ ਜਿਹੜੀ ਹੈ ਗੁਰੂ ਦੀ ਸੰਗਤ ਨੂੰ ਕਿਹਾ ਗਿਆ ਹੈ। ਫਿਰ ਗੌੜੀ ਕਬੀਰ ਜੀ ਦੇ ਵਿੱਚ 328 ਅੰਕ ਦੇ ਉੱਪਰ ਹੈ, ਜੋ ਜਨ ਲਹਿ ਖਸਮ ਕਾ ਨਾਉ, ਤਿਨ ਕੇ ਸਾਧ ਬਲਿਹਾਰੇ ਜਾਉ, ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰਾ ਮਨ ਪਾਵੈ। ਤੋ ਇਹਨਾਂ ਸਪਸ਼ਟ ਹੋਰ ਬੜੇ ਪ੍ਰਮਾਣ ਹਨ ਗੁਰਬਾਣੀ ਦੇ ਵਿੱਚ, ਲੇਕਿਨ ਸਮੇਂ ਦੇ ਅਭਾਵ ਕਾਰਨ ਉਹਨਾਂ ਨੂੰ ਅਸੀਂ ਇੱਥੇ ਨਹੀਂ ਵਿਚਾਰਦੇ ਪਏ। ਪਰ ਇਹਨਾਂ ਸ਼ਬਦਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਤਿਗੁਰ ਸਾਰੀ ਦੁਨੀਆ ਨੂੰ ਸਾਂਝਾ ਉਪਦੇਸ਼ ਦੇਣ ਅਤੇ ਵਾਹਿਗੁਰੂ ਦਾ ਨਾਮ ਜਪਾਉਣ ਲਈ ਇਸ ਸੰਸਾਰ ਵਿੱਚ ਆਉਂਦੇ ਹਨ। ਪਰ ਨਾਲ ਹੀ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਸੰਸਾਰ ਸਾਗਰ ਤੋਂ ਪਾਰ ਉਹੀ ਲੰਘਦੇ ਹਨ ਜਿਹੜੇ ਉਹਨਾਂ ਦਾ ਉਪਦੇਸ਼ ਸੁਣ ਕੇ ਵਾਹਿਗੁਰੂ ਦਾ ਪਵਿੱਤਰ ਨਾਮ ਆਪਣੇ ਹਿਰਦਿਆਂ ਵਿੱਚ ਵਸਾਉਂਦੇ ਹਨ, ਭਾਵੇਂ ਉਹ ਗੁਰੂ ਸਾਹਿਬ ਦੇ ਲਹੂ ਦੇ ਰਿਸ਼ਤੇਦਾਰ ਹੋਣ ਭਾਵੇਂ ਨਾ। ਉਹਨਾਂ ਦੇ ਸਿੱਖਾਂ ਉਹਨਾਂ ਦੇ ਸਿੱਖ ਹੀ ਉਹਨਾਂ ਦਾ ਪਰਿਵਾਰ ਹਨ। ਇਹ ਇਹਨਾਂ ਸਾਰੇ ਵਿਚਾਰਾਂ ਤੋਂ ਗੁਰਬਾਣੀ ਦੇ ਪ੍ਰਮਾਣਾਂ ਤੋਂ ਵੀ ਸਪਸ਼ਟ ਹੋ ਜਾਂਦਾ ਹੈ। ਜਦੋਂ ਅਸੀਂ ਚੌਪਾਈ ਸਾਹਿਬ ਦਾ ਪਾਠ ਅਸੀਂ ਕਰਦੇ ਹਾਂ, ਉਹਦੇ ਵਿੱਚ ਵੀ ਆਉਂਦਾ ਹੈ ਕਿ ਸੁਖੀ ਬਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਤੋ ਸੇਵਕ ਜਿਹੜੇ ਸਿੱਖ ਹਨ ਉਹੀ ਗੁਰੂ ਦਾ ਪਰਿਵਾਰ ਹਨ, ਔਰ ਉਹਨਾਂ ਲਈ ਹੀ ਜਿਹੜੀ ਹੈ ਉਹ ਬੇਨਤੀ ਉਸ ਚੌਪਾਈ ਦੇ ਵਿੱਚ ਕੀਤੀ ਗਈ ਹੈ। ਤੋ ਅਸੀਂ ਇਸ ਤੇ ਲੁਭੇ ਲੁਭਾਵ ਇਹ ਨਿਕਲਦਾ ਹੈ ਕਿ ਗੁਰੂ ਦੇ ਸਿੱਖ ਹੀ ਆਪਸ ਵਿੱਚ ਭਰਾ ਹਨ ਅਤੇ ਗੁਰੂ ਦੇ ਸਿੱਖ ਹੀ ਗੁਰੂ ਦਾ ਪਰਿਵਾਰ ਕੁਟੁੰਬ ਜਾਂ ਕੁਲ ਹਨ। ਇਸ ਪਰਿਭਾਸ਼ਾ ਅਨੁਸਾਰ ਕੇਵਲ ਲਹੂ ਦੇ ਰਿਸ਼ਤੇਦਾਰ ਹੋਣਾ ਗੁਰੂ ਸਾਹਿਬ ਦਾ ਪਰਿਵਾਰ ਨਹੀਂ ਹੈ। ਤੋ ਇਸ ਗੱਲ ਤੋਂ ਸਾਨੂੰ ਸਪਸ਼ਟ ਹੋ ਗਿਆ ਕਿ ਜੋ 21 ਕੁੱਲਾਂ ਦੀ ਗੱਲ ਜਿਹੜੀ ਹੈ 7 ਸਹੁਰਿਆਂ ਦੀ, 7 ਨਾਨਕਿਆਂ ਦੀ ਤੇ 7 ਪੇਕਿਆਂ ਦੀ, ਉਹ ਕੇਵਲ ਇੱਕ ਜਿਹੜੇ ਵੰਨਗੀ ਮਾਤਰਾ ਹੈ। ਜਿਵੇਂ ਅਸੀਂ ਉਹਨੂੰ ਕਹਿੰਦੇ ਹਾਂ ਕਿ ਅਖਾਣ ਦੇ ਤੌਰ ਦੇ ਉੱਪਰ, ਜਿਵੇਂ ਅਸੀਂ ਗੁਰਬਾਣੀ ਵਿੱਚ ਦੇਖਦੇ ਹਾਂ ਕਿ 4 ਖਾਣੀਆਂ ਦੀ ਗੱਲ ਵੀ ਕੀਤੀ ਗਈ ਹੈ, ਤੇ ਜਪਜੀ ਸਾਹਿਬ ਦੇ ਵਿੱਚ ਇਹ ਗੱਲ ਸਾਨੂੰ ਕਹੀ ਗਿਆ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤਰ ਰਿੰਦ। ਤੋ ਕਿੰਨੇ ਹੀ ਪ੍ਰਕਾਰ ਦੀਆਂ, ਜਿਵੇਂ 14 ਲੋਕ ਦੀ ਵੀ ਗੱਲ ਕਹੀ ਹੈ, 7 ਲੋਕ ਦੀ ਵੀ ਗੱਲ ਕਹੀ ਹੈ, 2 ਲੋਕਾਂ ਦੀ ਵੀ ਗੱਲ ਕਹੀ ਹੈ, ਲੇਕਿਨ ਪਰਮਾਤਮਾ ਦੀ ਰਚਨਾ ਬੇਅੰਤ ਹੈ। ਤੋ ਜਿੱਥੇ ਜਿੱਥੇ ਵੀ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਲਫ਼ਜ਼ ਆਉਂਦੇ ਹਨ ਤੇ ਸਾਨੂੰ ਉਹਦਾ ਗੁਰਮਤਿ ਦੀ ਜੋ ਅਸਲ ਸਾਨੂੰ ਵਿਚਾਰਧਾਰਾ ਹੈ ਉਸ ਦੇ ਅਨੁਸਾਰ ਹੀ ਸਾਨੂੰ ਉਹਨਾਂ ਦੇ ਅਰਥ ਜਿਹੜੇ ਹਨ ਉਹ ਸਮਝਣੇ ਚਾਹੀਦੇ ਹਨ ਕਿ ਗੁਰੂ ਦੇ ਜਿਹੜੇ ਕੁੱਲ ਜਾਂ ਪਰਿਵਾਰ ਜਾਂ ਕੁਟੁੰਬ ਗੁਰੂ ਦੇ ਸਿੱਖ ਹੀ ਹਨ ਜਿਹੜੇ ਉਹਨਾਂ ਦੇ ਗੁਰੂ ਦੇ ਦੱਸੇ ਤਰੀਕਿਆਂ ਨਾਲ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ ਔਰ ਪ੍ਰਭੂ ਸਿਮਰਨ ਦੇ ਵਿੱਚ ਆਪਣੀ ਸੁਰਤ ਨੂੰ ਜੋੜਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਦਰੁਸਤ ਫਰਮਾਇਆ। ਸਾਧ ਸੰਗਤ ਮੈਂ ਬੇਨਤੀ ਕਰਦੇ ਹਾਂ ਵੀ ਜਿਹੜਾ ਸੰਬੰਧ ਹੁੰਦਾ ਹੈ ਉਹ ਆਤਮਿਕ ਸੰਬੰਧ ਦਾ ਅਸਲ ਸੰਬੰਧ ਹੈ। ਜਿਹੜੇ ਸਰੀਰਕ ਸੰਬੰਧ ਨੇ ਇਹਨਾਂ ਨੂੰ ਕੋਈ ਮਾਨਤਾ ਨਹੀਂ ਹੈ। ਹਾਂ, ਇਹ ਠੀਕ ਹੈ ਕਿ ਜਿਹੜੇ ਸਰੀਰਕ ਸੰਬੰਧ ਨੇ ਉਹਨਾਂ ਚੰਗੇ ਬੰਦੇ ਜਿਹੜੇ ਨੇ ਸਾਡੇ ਰੋਲ ਮਾਡਲ ਬਣਦੇ ਨੇ, ਅਸੀਂ ਉਹਨਾਂ ਤੋਂ ਸਿੱਖਿਆ ਲੈਣੀ ਹੈ। ਪਰ ਗੱਲ ਤਾਂ ਬਣਨੀ ਜੇ ਉਸ ਸਿੱਖਿਆ ਤੇ ਅਸੀਂ ਆਪ ਅਮਲ ਕਰਾਂਗੇ। ਕੇਵਲ ਉਹਨਾਂ ਦੀ ਸੰਗਤ ਕਰਨ ਨਾਲ ਗੱਲ ਨਹੀਂ ਬਣਨੀ। ਤੇ ਸੰਗਤ ਆਪਾਂ ਸਾਰੇ ਕਰਦੇ ਹਾਂ, ਸੰਗਤ ਵਿੱਚ ਸਾਨੂੰ ਬੜੀਆਂ ਚੰਗੀਆਂ ਚੀਜ਼ਾਂ ਮਿਲਦੀਆਂ ਨੇ, ਬੜੀ ਜ਼ਰੂਰੀ ਹੈ। ਪਰ ਕਹਾਣੀ ਤਾਂ ਸੈੱਟ ਹੋਣੀ ਹੈ ਜਿਸ ਵੇਲੇ ਅਸੀਂ ਆਪ ਉਹਦੇ ਤੇ ਚੱਲਾਂਗੇ। ਤੇ ਬਾਕੀ ਇਹ ਜਿਹੜੀਆਂ ਸੱਤ ਕੋਲਾਂ ਲੰਘ ਕੇ ਦੱਸ ਗਏ, ਤੇ ਮੈਨੂੰ ਲੱਗਦਾ ਐਵੇਂ ਗੱਲ ਬਣਾਈ ਹੈ ਵੀ ਸੱਤ ਤੇ ਆ ਕੇ ਕਿਉਂ ਬ੍ਰੇਕ ਲੱਗ ਗਈ, ਥੋੜੀ ਅੱਗੇ ਵੀ ਜਾ ਸਕਦੀ ਸੀਗੀ। ਇਹ ਤਾਂ ਮਤਲਬ ਵੀ ਧੱਕਾ ਜਿਹਾ ਹੀ ਲੱਗਦਾ ਵੀ ਸੱਤਾਂ ਤੱਕ ਹੀ ਕਰਨਾ। ਤੇ ਇਹ ਕੋਈ ਗੱਲਾਂ ਜਿਹੜੀਆਂ ਇਹ ਬੜੀਆਂ ਬਣਾਈਆਂ। ਅਸਲ ਗੱਲ ਜਿਹੜੀ ਹੈ ਉਹ ਤਾਂ ਸਾਧ ਸੰਗਤ ਇਹੀ ਹੈ। ਗੁਰਬਾਣੀ ਵੀਰ ਜੀ ਨੇ ਵੀ ਉਦਾਹਰਨਾਂ ਦੇ ਕੇ ਦੱਸੀਆਂ ਨੇ ਕਿ ਗੁਰਬਾਣੀ 'ਚ ਬੜੀ ਥਾਂ ਤੇ ਆਇਆ, ਜੋ ਮੈਂ ਕੀਆ ਸੋ ਮੈਂ ਪਾਇਆ, ਕਰਮੀ ਆਪੋ ਆਪਣੀ। ਤਾਂ ਇਹ ਜਿਹੜੀ ਸੰਗਤ ਹੈ, ਚੰਗੀਆਂ ਮਨੁੱਖਾਂ ਦੀ ਸੰਗਤ ਕਰਨੀ ਬੜੀ ਜ਼ਰੂਰੀ ਹੈ, ਕਿਉਂਕਿ ਉੱਥੋਂ ਸਾਨੂੰ ਸਿੱਖਿਆ ਮਿਲਦੀ ਹੈ, ਮਾੜਿਆਂ ਤੋਂ ਬਚ ਕੇ ਰਹਿਣ। ਤੋਂ ਚੰਗੀ ਸੰਗਤ ਜਿਹੜੀ ਹੈ ਉਹ ਸਾਡੀ ਉਹਨੂੰ ਕੁੱਲ ਮੰਨਿਆ ਗਿਆ ਹੈ। ਪਰ ਉਹ ਵੀ ਮੈਂ ਫਿਰ ਬੇਨਤੀ ਕਰ ਰਿਹਾ ਕਿ ਸਰੀਰਕ ਤੌਰ ਤੇ ਨਹੀਂ, ਕਿਉਂਕਿ ਸਰੀਰਾਂ ਦੇ ਆਉਣ ਜਾਣ ਲੱਗਿਆ। ਸਰੀਰਕ ਤੌਰ ਤੇ ਨਹੀਂ, ਉਹਨਾਂ ਦੇ ਬਚਨ, ਉਹਨਾਂ ਦੇ ਕਰਮ ਜਾਂ ਉਹਨਾਂ ਦੀ ਜਿਹੜੀ ਖੁਸ਼ਬੂ ਹੈ ਉਹ ਤੋਂ ਲੈ ਕੇ ਅਸੀਂ ਆਪਣਾ ਜੀਵਨ ਜਿਹੜਾ ਉਹਨੂੰ ਚੰਗੇ ਪਾਸੇ ਲਿਜਾਣਾ ਹੈ। ਇਸ ਕਰਕੇ ਇਹ ਜਿਹੜੀ ਕੁੱਲ ਹੈ, ਇਹ ਆਪਾਂ ਇਹਨੂੰ ਦੁਨਿਆਵੀ ਕੁੱਲ ਦੇ ਨਾਲ ਜਿਹੜਾ ਮੇਰੇ ਖਿਆਲ ਨਹੀਂ ਜੋੜਨਾ ਚਾਹੀਦਾ। ਤੇ ਭਾਈ ਨੰਦ ਲਾਲ ਸਿੰਘ ਜੀ ਨੇ ਜਿਹੜਾ ਲਿਖਿਆ ਇੱਕੀ ਕੁੱਲ, ਉਸ ਤੋਂ ਵੀ ਵੀਰ ਜੀ ਨੇ ਸਪਸ਼ਟ ਕੀਤਾ ਕਿ ਇਹ ਕਈ ਵਾਰੀ ਇਹੋ ਜਿਹੇ ਅੱਖਰ ਲੱਗ ਜਾਂਦੇ ਨੇ, ਜਿਵੇਂ ਆਪਾਂ ਕਹਿੰਦੇ 36 ਪ੍ਰਕਾਰ ਦੇ ਭੋਜਨ ਫਲਾਣੀ ਚੀਜ਼। ਤੋਂ ਇਸੇ ਤਰ੍ਹਾਂ ਇੱਕੀ ਕੁੱਲ ਦਾ ਮਤਲਬ ਹੈ ਕਿ ਜਿਹੜਾ ਵੀ ਉਹਨਾਂ ਚੰਗਿਆਂ ਦੀ ਸੰਗਤ 'ਚ ਆਏਗਾ ਉਹ ਉਹਨਾਂ ਤੋਂ ਅੱਛੀ ਸਿੱਖਿਆ ਲੈ ਕੇ ਆਪਣਾ ਜੀਵਨ ਜਿਹੜਾ ਉਹ ਸਫਲ ਕਰ ਸਕੇਗਾ। ਧੰਨਵਾਦ ਵੀਰ ਤਜਿੰਦਰ ਸਿੰਘ ਜੀ ਆਪ ਜੀ ਦਾ। ਤੋਂ ਸਾਧ ਸੰਗਤ ਜੀ ਬੇਨਤੀ ਕਰਦੇ ਹਾਂ ਵੀ ਇੱਕ ਸਵਾਲ ਹੋਰ ਹੁਣ ਜਿਹੜਾ ਹੈ ਉਹ ਵੀ ਬੜਾ ਅਹਿਮ ਹੈ। ਇਹ ਸਵਾਲ ਸਾਨੂੰ ਭੇਜਿਆ ਡਾਕਟਰ ਕਿਰਪਾਲ ਸਿੰਘ ਜੀ ਨੇ USA ਤੋਂ। ਉਹ ਕਹਿੰਦੇ ਨੇ ਅਰਦਾਸ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਤੋਂ ਸ਼ੁਰੂ ਹੁੰਦੀ ਹੈ ਜਾਂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਹੁੰਦੀ ਹੈ। ਦੂਸਰਾ ਪਾਰਟ ਇਸ ਸਵਾਲ ਦਾ ਹੈ ਕਿ ਭਗਵਤੀ ਦੇਵੀ ਦਾ ਨਾਮ ਹੈ ਜਾਂ ਇਸ ਦਾ ਅਰਥ ਵਾਹਿਗੁਰੂ। ਇਹ ਸਵਾਲ ਮੈਨੂੰ ਖਿਮਾ ਕਰਨਾ, ਮੈਂ ਡਾਕਟਰ ਸਾਹਿਬ ਦਾ ਨਾਮ ਲਿਆ, ਇਹ ਉਹਨਾਂ ਦਾ ਨਾਮ, ਉਹਨਾਂ ਦਾ ਸਵਾਲ ਹੋਰ ਹੈ। ਤੋਂ ਇਹ ਸਵਾਲ ਜਿਹਨਾਂ ਦਾ ਵੀ ਹੈ ਸਾਧ ਸੰਗਤ ਵਿੱਚ ਮੈਂ ਬੇਨਤੀ ਕਰ ਰਿਹਾ ਵੀਰ ਮਨਮੋਹਨ ਸਿੰਘ ਜੀ ਨੂੰ ਵੀ ਸਾਨੂੰ ਇਹ ਦੱਸਣ। ਇਹ ਸਵਾਲ ਦੇ ਦੋ ਪਾਰਟ ਨੇ, ਖਿਮਾ ਕਰਨਾ, ਰਿਪੀਟ ਕਰ ਰਹੇ ਹਾਂ। ਅਰਦਾਸ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਤੋਂ ਸ਼ੁਰੂ ਹੁੰਦੀ ਹੈ ਕਿ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਹੁੰਦੀ ਹੈ। ਔਰ ਦੂਸਰਾ ਪਾਰਟ ਹੈ ਭਗਵਤੀ ਦੇਵੀ ਦਾ ਨਾਮ ਹੈ ਜਾਂ ਭਗਵਤੀ ਦਾ ਅਰਥ ਵਾਹਿਗੁਰੂ ਹੈ। ਹਾਂਜੀ ਮਨਮੋਹਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਵਾਲ ਵੀਰ ਜੀ ਨੇ ਪੜ੍ਹਿਆ ਹੈ, ਅਸਲ ਵਿੱਚ ਜੋ ਪਹਿਲਾ ਭਾਗ ਸੀ ਉਹ ਮੈਂ ਚੰਗੀ ਤਰ੍ਹਾਂ ਨਾਲ ਸਮਝ ਨਹੀਂ ਸੀ ਸਕਿਆ, ਲੇਕਿਨ ਸ਼ਾਇਦ ਰਹਿਤ ਮਰਿਆਦਾ ਦੇ ਅੰਦਰ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਅਰਦਾਸ ਜੋ ਹੈ ਸ਼ੁਰੂ ਹੁੰਦੀ ਹੈ। ਇਸ ਨੂੰ ਫਿਰ ਵਾਚਿਆ ਤੇ ਦੇਖਿਆ ਜਾਵੇ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿ ਮੈਂ ਸਿਰਫ ਦੂਜੇ ਭਾਗ ਨੂੰ ਹੀ ਜੋ ਸੀ ਆਪਣਾ ਸਵਾਲ ਸਮਝਿਆ ਸੀ। ਤੇ ਰਹਿਤ ਮਰਿਆਦਾ ਦੇ ਅਨੁਸਾਰ, ਕਿਉਂਕਿ ਜਦੋਂ ਸਵੇਰੇ ਅਰਦਾਸ ਹੁੰਦੀ ਹੈ ਅਸੀਂ ਅਰਦਾਸ ਕਰਦੇ ਹਾਂ ਜਾਂ ਮਰਿਆਦਾ ਦੇ ਅੰਦਰ ਲਿਖੀ ਹੋਈ ਹੈ, ਉਹਦੇ ਵਿੱਚ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਅਰਦਾਸ ਜੋ ਹੈ ਸ਼ੁਰੂ ਹੁੰਦੀ ਹੈ। ਹੁਣ ਜਿਹੜਾ ਦੂਜਾ ਪੱਖ ਹੈ ਉਸ ਦਾ ਇੱਕ ਭੁਲੇਖਾ ਜੋ ਹੈ ਉਹ ਸਾਡੇ ਅੰਦਰ ਬਹੁਤ ਵੱਡਾ ਖੜਾ ਹੋ ਗਿਆ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਰਾਗਮਾਲਾ ਦਾ ਹੈ। ਫਿਰ ਪਹਿਲਾਂ ਵੀ ਵੀਰ ਜੀ ਨੇ ਇੱਕ ਸਪਸ਼ਟ ਕੀਤਾ ਕਿ ਕਈ ਵਾਰ ਪੰਥਕ ਤੌਰ ਦੇ ਉੱਤੇ ਕੁਝ ਫੈਸਲੇ ਜੋ ਹਨ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦਾ ਹੱਲ ਕੱਢਿਆ ਜਾਂਦਾ ਤਾਂ ਕਿ ਕੌਮ ਦੇ ਅੰਦਰ ਇਕਸਾਰਤਾ ਜੋ ਹੈ ਬਣੀ ਰਹੇ। ਜਿੱਥੇ ਤੱਕ ਸਿੱਖ ਧਰਮ ਦਾ ਅਰਦਾਸ ਕਿਹਦੇ ਅੱਗੇ ਕਰਨੀ ਹੈ ਉਹ ਇੱਕ ਸਪਸ਼ਟ ਸਾਡੇ ਕੋਲ ਸਿਧਾਂਤ ਗੁਰੂ ਪਾਤਸ਼ਾਹ ਨੇ ਦਿੱਤਾ ਹੈ। ਸਿੱਖ ਕੇਵਲ ਤੇ ਕੇਵਲ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਨੂੰ ਜੋ ਹੈ ਉਸੇ ਨੂੰ ਹੀ ਸਰਵ ਸ਼ਕਤੀਮਾਨ ਮੰਨਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਜੋ ਸੰਸਾਰ ਦੇ ਅੰਦਰ ਦੇਵੀ ਦੇਵਤਿਆਂ ਦੀ ਪੂਜਾ ਜਾਂ ਅਕਾਲ ਪੁਰਖ ਤੋਂ ਛੱਡ ਕੇ ਹੋਰ ਕਿਸੇ ਵੀ ਚੀਜ਼ ਦੀ ਜੋ ਪੂਜਾ ਸੀ ਉਸ ਤੋਂ ਵਰਜਿਆ ਸੀ। ਸਤਿਗੁਰਾਂ ਦੇ ਪਾਵਨ ਬਚਨਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ, ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ, ਪਾਹਨ ਨੀਰ ਪਖਾਲੀਐ ਭਾਈ, ਜਲ ਮੈਂ ਬੂਢੇ ਤੇ। ਕਿ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਸਨ ਕਿ ਜਿਵੇਂ ਪੱਥਰ ਨੂੰ ਕਿਤੇ ਪਾਣੀ ਦੇ ਵਿੱਚ ਛੱਡ ਦਿਓ ਤੇ ਉਹ ਡੁੱਬ ਹੀ ਜਾਂਦੇ ਹਨ, ਬਿਲਕੁਲ ਇਸੇ ਤਰੀਕੇ ਦੇ ਨਾਲ ਅਸੀਂ ਕਿਸੇ ਦੇਵੀ ਦੇਵਤੇ ਦੀ ਅਗਰ ਪੂਜਾ ਕਰਾਂਗੇ ਉਹਨਾਂ ਕੋਲੋਂ ਸਾਨੂੰ ਲੱਭੇਗਾ ਕੀ। ਫਿਰ ਸਤਿਗੁਰੂ ਪਾਤਸ਼ਾਹ ਦੀ ਹੀ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਸੰਸਾਰ ਦੇ ਅੰਦਰ ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਬਹੁਤ ਬੇਅੰਤ ਸ਼ਬਦ ਜੋ ਬਾਣੀ ਦੇ ਅੰਦਰ ਨੇ, ਜਿਨ੍ਹਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਇਹ ਜੋ ਚੀਜ਼ ਸੀ ਸਪਸ਼ਟ ਕੀਤੀ ਕਿ ਦੇਵੀ ਦੇਵਤੇ ਜੋ ਉਹਨੂੰ ਸਾਡਾ ਕੁਝ ਵੀ ਸਵਾਰ ਨਹੀਂ ਸਕਦੇ। ਮਹਿਮਾਨਾਂ ਜਾਣੇ ਵੇਦ,
ब्रह्मे नहीं जाने भेद, संकरा नहीं जाने भेव, खोजत हारे देव। महिमा ना जाने भेद, ब्रह्मे नहीं जाने भेद, संकरा नहीं जाने भेव, खोजत हारे देव, देवियां नहीं जाने मर्म, सब ऊपर अलख पार। ਸਾਰਿਆਂ ਦੇ ਸਤਿਗੁਰੂ ਪਾਤਸ਼ਾਹ ਨੇ ਜੋ ਪ੍ਰਚਲਿਤ ਦੇਵੀ ਦੇਵਤੇ ਸਨ, ਖਾਸ ਕਰਕੇ ਜੋ ਦੇਵਤੇ ਜਿਨ੍ਹਾਂ ਨੂੰ ਤਿੰਨਾਂ ਨੂੰ ਵੱਡੀਆਂ ਸ਼ਕਤੀਆਂ ਮੰਨਿਆ ਜਾਂਦਾ ਸੀ, ਉਹਨਾਂ ਦੀ ਗੱਲ ਕਰਕੇ ਫਿਰ ਦੇਵੀਆਂ ਦੀ ਗੱਲ ਕਰਕੇ ਕਿ ਭਈ ਦੇਵੀਆਂ ਨਹੀਂ ਜਾਣੇ ਮਰਮ, ਸਭ ਉੱਪਰ ਅਲਖ ਪਾਰ ਬ੍ਰਹਮ। ਇਸ ਪੰਕਤੀ ਦੇ ਅੰਦਰ ਸਪਸ਼ਟ ਕਰ ਦਿੱਤਾ ਕਿ ਸਭ ਤੋਂ ਉੱਪਰ ਅਲਖ ਜੋ ਅਕਾਲ ਪੁਰਖ ਪਰਮਾਤਮਾ ਹੈ, ਵਾਹਿਗੁਰੂ ਉਹੀ ਹੈ। ਫਿਰ ਸਾਨੂੰ ਭੈਰੋ ਰਾਗ ਦੇ ਅੰਦਰ ਇੱਕ ਹੋਰ ਚੇਤਾਵਨੀ ਦਿੱਤੀ, ਸਪਸ਼ਟ ਕੀਤਾ, ਠਾਕੁਰ ਛੋੜ ਦਾਸੀ ਕੋ ਸਿਮਰੇ, ਮਨਮੁਖ ਅੰਧ ਅਗਿਆਨਾ। ਜੇਕਰ ਉਸ ਮਾਲਕ ਪ੍ਰਭੂ ਪਰਮਾਤਮਾ ਨੂੰ ਛੱਡ ਕੇ ਕੋਈ ਇਹੋ ਜਿਹੀਆਂ ਸ਼ਕਤੀਆਂ ਦੇ ਮਗਰ ਲੱਗੇਗਾ, ਦਾਸੀ ਕਿਸੇ ਦੇ ਮਗਰ ਲੱਗੇਗਾ, ਉਹ ਮਨਮੁਖ ਹੈ, ਅੰਧਾ ਹੈ, ਅਗਿਆਨੀ ਹੈ। ਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਜੋ ਹੈ ਸਪਸ਼ਟ ਕਰਕੇ ਫਿਰ ਜਿਸ ਚੀਜ਼ ਤੋਂ ਅਸੀਂ ਭੁਲੇਖਾ ਖਾਦਾ, ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਬੀਰ ਜੀ ਦਾ ਸ਼ਬਦ ਹੈ, ਕੋਟ ਸੂਰ ਜਾਕੈ ਪ੍ਰਗਾਸ, ਕੋਟ ਮਹਾਦੇਵ ਅਰ ਕਬਲਾਸ, ਦੁਰਗਾ ਕੋਟ ਜਾਕੈ ਮਰਦਨ ਕਰੈ। ਇੱਥੇ ਸਤਿਗੁਰੂ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ, ਦੁਰਗਾ ਕੋਟ ਜਾਕੈ ਮਰਦਨ ਕਰੈ, ਬ੍ਰਹਮਾ ਕੋਟ ਬੇਦ ਉਚਰੈ, ਜੋ ਜਾਚੋਂ ਤੋਂ ਕੇਵਲ ਰਾਮ, ਆਣ ਦੇਵ ਸਿਉ ਨਾਹੀ ਕਾ। ਹੁਣ ਸਿੱਖੀ ਸਿਧਾਂਤ ਇੱਥੇ ਸਾਰੇ ਦਾ ਸਾਰਾ ਸਪਸ਼ਟ ਹੋ ਗਿਆ, ਜੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਅਸੀਂ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਹੀ ਪੁਜਾਰੀ ਹਾਂ, ਉਸੇ ਦੇ ਅੱਗੇ ਸਾਡੀ ਅਰਦਾਸ ਹੈ। ਹੁਣ ਜੋ ਸਵਾਲ ਸਾਡੇ ਸਾਹਮਣੇ ਖੜਾ ਹੋ ਗਿਆ ਕਿ ਜੋ ਭਗਵਤੀ ਅੱਖਰ ਹੈ, ਇਹ ਦੇਵੀ ਵਾਸਤੇ ਵਰਤਿਆ ਗਿਆ ਜਾਂ ਕਿਉਂ ਅਰਦਾਸ ਦੇ ਅੰਦਰ ਹੈ? ਅਸਲ ਵਿੱਚ ਜੋ ਭਗਵਤੀ ਲਫ਼ਜ਼ ਹੈ, ਇਹ ਗੁਰਬਾਣੀ ਦੇ ਅੰਦਰ ਜਦੋਂ ਅਸੀਂ ਭਾਈ ਕਾਹਨ ਸਿੰਘ ਜੀ ਨਾਭਾ ਨੂੰ ਪੜ੍ਹਦੇ ਹਾਂ, ਉਹਨਾਂ ਦੇ ਅਨੁਸਾਰ ਗੁਰਬਾਣੀ ਵਿੱਚ ਅਤੇ ਸਿੱਖ ਧਰਮ ਸੰਬੰਧੀ ਗ੍ਰੰਥਾਂ ਵਿੱਚ ਭਗਵਤੀ ਸ਼ਬਦ ਕਰਤਾਰ ਦਾ ਭਗਤ, ਭਗਵਤ ਦੀ, ਭਗਵਤੀ, ਸ੍ਰੀ ਸਾਹਿਬ ਖੜਗ, ਸੰਘਾਰ ਕਰਤਾ, ਮਹਾਕਾਲ ਪ੍ਰਸੰਗ ਅਨੁਸਾਰ ਅਰਥ ਰੱਖਦਾ ਹੈ। ਇਹ ਪੁਰਾਤਨ ਵਿਦਵਾਨਾਂ ਦੇ ਖਿਆਲ ਨੇ ਕਿ ਭਈ ਇਹ ਜੋ ਹੈ, ਇਹ ਫਿਰ ਉਹਨਾਂ ਨੇ ਗੁਰਬਾਣੀ ਦੇ ਜੋ ਪ੍ਰਮਾਣ ਨੇ ਸਾਰੇ ਦੱਸੇ ਨੇ, ਜਿੱਥੇ ਜਿੱਥੇ ਭਗਵਤੀ ਅੱਖਰ ਆਉਂਦਾ ਹੈ। ਮੇਰੇ ਕੋਲ ਸਮਾਂ ਨਹੀਂ, ਕਿਉਂਕਿ ਸਾਰੇ ਬਾਣੀ ਪੜ੍ਹਨ ਵਾਲੇ ਆ, ਕਿ ਇਹਨਾਂ ਚੀਜ਼ਾਂ ਵਾਸਤੇ ਇਹ ਵਰਤਿਆ ਗਿਆ ਹੈ। ਹੋਰ ਜੋ ਪੁਰਾਣੀਆਂ ਲਿਖਤਾਂ ਨੇ, ਉਹਨਾਂ ਦੇ ਅੰਦਰ ਵੀ ਭਗਵਤੀ ਅੱਖਰ ਜੋ ਹੈ ਉਹ ਸ਼ਕਤੀ ਵਜੋਂ ਵੀ ਵਰਤਿਆ ਗਿਆ, ਜਿਹਦਾ ਮੈਂ ਇੱਕ ਉਦਾਹਰਨ ਦੇ ਤੌਰ ਤੇ ਜ਼ਰੂਰ ਗੱਲ ਕਰਾਂਗਾ ਕਿ ਲਈ ਭਗਵਤੀ ਦੁਰਗ ਸਾ ਵਰ ਜਾਗਨ ਭਾਰੀ, ਲਾਈ ਰਾਜੇ ਸੁੰਭਣੋ ਰਤ ਪੀਆ ਪਿਆਰੀ। ਇਹ ਭਾਵੇਂ ਇਸ ਲਿਖਤ ਨੂੰ ਅਸੀਂ ਵਿਵਾਦਤ ਹੀ ਸਮਝ ਲਈਏ, ਲੇਕਿਨ ਇੱਥੇ ਜੋ ਭਗਵਤੀ ਅੱਖਰ ਆਇਆ, ਇੱਥੇ ਇਹ ਹੈ ਕਿ ਇੱਕ ਰਾਜੇ ਨੇ ਭਗਵਤੀ ਚੁੱਕ ਕੇ ਦੂਜੇ ਦੇ ਸਿਰ ਵਿੱਚ ਮਾਰੀ। ਹੁਣ ਦੇਵੀ ਕੋਈ ਚੁੱਕ ਕੇ ਕਿਸੇ ਦੇ ਸਿਰ 'ਚ ਨਹੀਂ ਮਾਰਦਾ। ਇਹਦਾ ਮਤਲਬ ਕਿ ਸ਼ਕਤੀ ਵਜੋਂ ਵੀ ਭਗਵਤੀ ਅੱਖਰ ਦਾ ਜੋ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਵਰਤਾਰਾ ਹੁੰਦਾ ਰਿਹਾ, ਵਰਤਿਆ ਜਾਂਦਾ ਰਿਹਾ ਹੈ। ਫਿਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅਨੁਸਾਰ ਹੀ ਜਦੋਂ ਅਸੀਂ ਭਾਈਵਾਲ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਦੇ ਹਾਂ, ਨਾਉ ਭਗਵਤੀ ਲੋਹ ਕਢਾਇਆ, ਨਾਉ ਭਗਵਤੀ ਲੋਹ ਕਢਾਇਆ ਲਫ਼ਜ਼ ਜੋ ਹੈ ਇਹਦੇ 'ਚ ਆਇਆ। ਸ਼ਸਤਰਮਾਲਾ ਦੇ ਅੰਦਰ ਵੀ ਇਹ ਲੱਭਦਾ, ਕਾਲ ਤੂੰ ਹੀ ਕਾਲੀ ਤੂੰ ਹੀ ਤੇਗ ਯਾਰ ਤੀਰ ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜਗਬੀਰ। ਇੱਥੇ ਕਾਲੀ ਦੀ ਗੱਲ ਕਰਕੇ ਫਿਰ ਸ਼ਸਤਰ ਦੀ ਗੱਲ ਕੀਤੀ ਗਈ ਹੈ। ਹੁਣ ਮੈਂ ਜੋ ਸਵਾਲ ਹੈ ਉਹਦੀ ਜੋ ਗੱਲ ਕਰਨਾ ਚਾਹੁੰਦਾ ਉਹ ਇਹ ਹੈ ਕਿ ਉਸ ਵੇਲੇ ਜਦੋਂ ਅਰਦਾਸ ਦੇ ਅੰਦਰ ਇਹ ਚੀਜ਼ ਵਰਤੀ ਗਈ, ਉਹ ਸਾਡੇ ਜੋ ਵਿਦਵਾਨ ਲੋਕੀ ਸਨ, ਉਹਨਾਂ ਨੂੰ ਇਹਨੂੰ ਸ਼ਕਤੀ ਦੇ ਪ੍ਰਤੀਕ ਦੇ ਵਿੱਚੋਂ, ਸ਼ਕਤੀ ਦੇ ਜੋ ਅਸੀਂ ਕਹਿ ਸਕਦੇ ਸ਼ਕਤੀ ਦੇ ਤੌਰ ਦੇ ਉੱਤੇ ਇਸ ਅੱਖਰ ਨੂੰ ਜੋ ਹੈ ਇਸਤੇਮਾਲ ਕੀਤਾ ਹੋਇਆ। ਜਦੋਂ ਉੱਥੇ ਪ੍ਰਥਮ ਭਗਵਤੀ ਸਿਮਰਕ ਹੈ, ਗੁਰੂ ਨਾਨਕ ਲਈ ਧਿਆਏ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਉਹਨਾਂ ਨੇ ਉਸ ਵੇਲੇ ਕਰਤਾਰ ਵਜੋਂ, ਪਰਮਾਤਮਾ ਵਜੋਂ, ਸ਼ਕਤੀ ਵਜੋਂ ਜੋ ਹੈ ਇਸ ਅੱਖਰ ਨੂੰ ਇਸਤੇਮਾਲ ਕੀਤਾ ਹੈ। ਹੁਣ ਅੱਜ ਜੋ ਵਿਦਵਾਨਾਂ ਦੇ ਵੱਖ-ਵੱਖ ਰਾਏ ਆਉਂਦੀ ਹੈ, ਇਹ ਇੱਕ ਖੋਜ ਦਾ ਵਿਸ਼ਾ ਹੈ, ਇਹਦੇ ਉੱਤੇ ਬੈਠਣ ਦੀ ਲੋੜ ਹੈ। ਫਿਰ ਉਹਨੂੰ ਬੈਠ ਕੇ ਕਿ ਭਾਈ ਕਈ ਲੋਕੀ ਹੁਣ ਆਪਣੇ ਤੌਰ ਦੇ ਉੱਤੇ ਸ਼ੁਰੂ ਕਰ ਦਿੱਤਾ, ਭਾਈ ਪ੍ਰਥਮੇ ਅਕਾਲ ਪੁਰਖ ਸਿਮਰ ਕੇ, ਪ੍ਰਥਮੇ ਕਰਤਾਰ ਸਿਮਰ ਕੇ, ਪ੍ਰਥਮੇ ਭਗਵਤੀ ਸਿਮਰ ਕੇ। ਇਹ ਜੋ ਇਕਸਾਰਤਾ ਦੇ ਕਾਰਨ, ਜੋ ਸਾਡੀ ਇਕਸਾਰਤਾ ਹੈ, ਇਸ ਦੇ ਵਿੱਚ ਜੋ ਉਸ ਵੇਲੇ ਦੇ ਵਿਦਵਾਨਾਂ ਨੇ ਇਹ ਜੋ ਵਾਰ ਲਿਖੀ ਗਈ ਆਈ ਕਿੱਥੋਂ ਹੈ, ਇੱਕ ਵੱਖਰਾ ਵਿਸ਼ਾ ਹੈ। ਉਹਨਾਂ ਨੇ ਕਿਉਂ ਇਸ ਅੱਖਰ ਨੂੰ ਇਸਤੇਮਾਲ ਕੀਤਾ, ਉਹ ਸ਼ਕਤੀ ਦੇ ਰੂਪ ਵਿੱਚ ਅਤੇ ਪ੍ਰਮਾਤਮਾ ਨੂੰ, ਅਕਾਲ ਪੁਰਖ ਨੂੰ ਜੋ ਹੈ ਸਾਹਮਣੇ ਰੱਖ ਕੇ ਕਿ ਭਈ ਇਹ ਅਕਾਲ ਪੁਰਖ ਦਾ ਹੀ ਸੂਚਕ ਹੈ, ਇਸ ਅੱਖਰ ਨੂੰ ਇਸਤੇਮਾਲ ਕੀਤਾ ਗਿਆ। ਵਿਸ਼ਾ ਇਹ ਹਾਲਾਂ ਵੀ ਇਹਦੇ ਉੱਤੇ ਵਿਚਾਰ ਚਰਚਾ ਮੰਗਦਾ ਹੈ। ਕੌਮੀ ਵਿਦਵਾਨ ਇਕੱਠੇ ਹੋਣ, ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ, ਕਿਉਂਕਿ ਗੱਲ ਉਹੀਓ ਆ ਜਾਂਦੀ ਹੈ ਕਿ ਇਕਸਾਰਤਾ ਟੁੱਟ ਰਹੀ ਹੈ। ਜਦੋਂ ਇਕਸਾਰਤਾ ਟੁੱਟ ਜਾਵੇਗੀ ਫਿਰ ਉਹੀਓ ਗੱਲ ਆ ਜਾਵੇਗੀ ਕਿ ਲੋਕਾਂ ਦੇ ਵਾਸਤੇ ਹਾਸੋ ਹੀ ਨਹੀਂ ਗੱਲ ਬਣੇਗੀ ਕਿ ਕੋਈ ਕਿੱਥੇ ਦਾ ਸਿੱਖ ਕਿਸੇ ਤਰੀਕੇ ਨਾਲ ਅਰਦਾਸ ਕਰ ਰਿਹਾ, ਕੋਈ ਕਿਸੇ ਤਰੀਕੇ ਨਾਲ ਕਰ ਰਿਹਾ, ਕੋਈ ਕਿਸੇ ਤਰੀਕੇ ਨਾਲ ਕਰ ਰਿਹਾ, ਅੱਗੇ ਹੀ ਬੜੇ ਵਖੇੜੇ ਖੜੇ ਹਨ। ਸੋ ਇਸ ਕਰਕੇ ਉਹਨਾਂ ਵਿਦਵਾਨਾਂ ਦੀ ਸੋਚ ਸ਼ਕਤੀ ਸੀ। ਮੈਂ ਕੁਝ ਹਵਾਲੇ, ਕੁਝ ਲਿਖਤਾਂ ਦੇ ਵੀ ਦਿੱਤੇ, ਗੁਰਬਾਣੀ ਦੇ ਵੀ ਦਿੱਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਿੱਤੇ, ਤੇ ਇਸ ਕਰਕੇ ਇਸ ਅੱਖਰ ਨੂੰ ਸ਼ਕਤੀ ਦੇ ਰੂਪ ਵਿੱਚ ਹੀ ਜਾਂ ਅਕਾਲ ਪੁਰਖ ਪਰਮਾਤਮਾ ਦੇ ਰੂਪ ਵਿੱਚ ਹੀ ਵਰਤਿਆ
ਗਿਆ ਸੀ ਉਸ ਵੇਲੇ ਦੇ ਵਿਦਵਾਨਾਂ ਵੱਲੋਂ। ਸੋ ਵਿਸ਼ਾ ਹਾਲਾਂ ਵੀ ਖੋਜ ਮੰਗਦਾ ਹੈ, ਇਹਦੇ ਉੱਤੇ ਵੀ ਪੰਥ ਕਿਤੇ ਇਕੱਠਾ ਬੈਠ ਕੇ, ਲੇਕਿਨ ਹੈ ਗੱਲ ਬੜੀ ਮੁਸ਼ਕਲ, ਕਿਉਂਕਿ ਅੱਜ ਘਰ ਘਰ ਦੇ ਅੰਦਰ ਇੱਕ ਇੱਕ ਬੰਦਾ ਵੀ ਪੰਥ ਹੈ ਤੇ ਦੂਜੇ ਦੀ ਗੱਲ ਅਸੀਂ ਮੰਨਣ ਨੂੰ ਤਿਆਰ ਨਹੀਂ। ਇਹ ਉਸ ਵੇਲੇ ਪਤਾ ਨਹੀਂ ਇਹ ਵਿਦਵਾਨ ਕਿਵੇਂ ਇਕੱਠੇ ਹੋ ਕੇ ਇਹਨਾਂ ਮਸਲਿਆਂ ਨੂੰ ਹੱਲ ਕਰ ਗਏ। ਅੱਜ ਤਾਂ ਹੱਲ ਕਰਨਾ ਵੀ ਬੜਾ ਮੁਸ਼ਕਲ ਹੈ। ਜਿੰਨੀ ਕੋ ਵਿਚਾਰ ਮੇਰੀ ਸੋਚ ਵਿੱਚ ਸੀ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ, ਉਹੀ ਵੱਧ ਘੱਟ ਲਈ ਖਿਮਾ ਹੋਈ ਕਰਨਾ। ਜੇ ਕਦੇ ਕਿਸੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਸਪਸ਼ਟ ਰੂਪ ਦੇ ਵਿੱਚ ਕੋਈ ਹੋਰ ਸਾਨੂੰ ਸੇਧ ਲੱਭ ਸਕਦੀ ਹੈ ਤੇ ਜ਼ਰੂਰ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਕਤੀ ਦੀ ਗੱਲ ਆਉਂਦੀ ਹੈ ਤਾਂ ਸਰਬ ਸ਼ਕਤੀਮਾਨ ਤਾਂ ਪਰਮਾਤਮਾ ਹੀ ਹੈ, ਸੋ ਇਸ ਕਰਕੇ ਅਰਦਾਸ ਵੀ ਪਰਮਾਤਮਾ ਅੱਗੇ ਹੀ ਹੈ। ਤੋ ਗੁਰਬਾਣੀ ਦੇ ਹੋਰ ਹੀ ਬੜੇ ਐਸੇ ਪ੍ਰਮਾਣ ਮਿਲਦੇ ਨੇ ਕਿ ਜਿਸ ਵੇਲੇ ਅਰਦਾਸ ਕੀਤੀ ਜਾਂਦੀ ਹੈ ਉਹ ਤਾਂ ਕੇਵਲ ਪਰਮਾਤਮਾ ਅੱਗੇ, ਵਾਹਿਗੁਰੂ ਅੱਗੇ ਕੀਤੀ ਜਾਂਦੀ ਹੈ, ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੈ। ਤੋ ਉਂਝ ਸਾਧ ਸੰਗਤ ਸਾਨੂੰ ਇਹਨਾਂ ਸਵਾਲਾਂ ਤੋਂ ਇੱਕ ਜ਼ਰੂਰ ਦੇ ਕਿ ਇੱਕ ਸਾਰਤਾ ਹੋਣੀ ਬੜੀ ਜ਼ਰੂਰੀ ਹੈ। ਤੋ ਉਹਦੇ ਲਈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਜਿਹੜੀ ਪੰਥ ਪ੍ਰਵਾਨਿਤ ਰਹਿਤ ਬਰਤ ਉਹਦੇ ਅਨੁਸਾਰ ਸਾਰੇ ਚੱਲਣ। ਉਹਦੇ ਵਿੱਚ ਬਕਾਇਦਾ ਅਰਦਾਸ ਦਾ ਸਰੂਪ ਵੀ ਦਿੱਤਾ ਤੇ ਉਹਦੇ ਮੁਤਾਬਕ ਹੀ ਕੀਤਾ। ਜਿੰਨਾ ਚਿਰ ਕੋਈ ਪੰਥ ਫੈਸਲਾ ਲੈ ਕੇ ਰਹਿਤ ਮਰਿਆਦਾ ਦੀ ਕੋਈ ਅਮੈਂਡਮੈਂਟ, ਕੋਈ ਸੋਧ ਨਹੀਂ ਕਰਦਾ, ਉਹਨਾਂ ਚਿਰ ਸਾਨੂੰ ਕਿਸੇ ਇੱਕ ਵਿਅਕਤੀ ਨੂੰ, ਕਿਸੇ ਇੱਕ ਧੜੇ ਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਸਿੱਖ ਪੰਥ ਦੀ ਇੱਕ ਸਾਰਤਾ ਨਹੀਂ ਰਹੇਗੀ। ਤੋ ਲੋੜ ਹੈ ਇੱਕ ਸਾਰਤਾ ਦੀ, ਤੋ ਉਹ ਆਪਾਂ ਬਣਾਈ ਰੱਖੀਏ। ਤੋ ਸਤਿਗੁਰੂ ਕਿਰਪਾ ਕਰਨ ਸਾਰਿਆਂ ਤੇ, ਅਸੀਂ ਸਾਰੇ ਗੁਰਬਾਣੀ ਨਾਲ ਜੁੜੀਏ, ਬਾਣੀ ਨਾਲ ਜੁੜੇ ਰਹਾਂਗੇ। ਮਨ ਦੀ ਜਿਉਂ-ਜਿਉਂ ਸਵੱਛਤਾ ਆਏਗੀ ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਆਪਣੇ ਆਪ ਜਿਹੜੀਆਂ ਨੇ ਕਵਰ ਅਪ ਹੋ ਜਾਂਦੀਆਂ, ਪਤਾ ਲੱਗ ਜਾਂਦਾ ਵੀ ਅਸਲੀਅਤ ਕੀ ਹੈ। ਤੋ ਸਾਧ ਸੰਗਤ ਜੀ, ਇੱਕ ਸਵਾਲ ਸਾਡੇ ਕੋਲ ਡਾਕਟਰ ਕਿਰਪਾਲ ਸਿੰਘ ਜੀ ਨੇ ਭੇਜਿਆ ਸੀ, ਪਰ ਉਹਦੇ ਤੇ ਜੇ ਵਿਚਾਰ ਚੱਲ ਰਹੀ ਹੈ, ਫਾਈਨਲ ਨਹੀਂ ਹੋਈ। ਇਸ ਕਰਕੇ ਕੋਸ਼ਿਸ਼ ਕਰਾਂਗੇ ਵੀ ਅਗਲੇ ਹਫਤੇ ਉਸ ਸਵਾਲ ਦਾ ਜਵਾਬ ਦੇਈਏ। ਮੈਂ ਡਾਕਟਰ ਸਾਹਿਬ ਤੋਂ ਖਿਮਾ ਮੰਗਦਾ ਬਈ ਉਹਦੀ ਅਜੇ, ਕਿਉਂਕਿ ਸਾਡੀ ਵਿਚਾਰ ਫਾਈਨਲ ਨਹੀਂ ਹੋਈ, ਇਸ ਕਰਕੇ ਅੱਜ ਅਸੀਂ ਉਹਨਾਂ ਦਾ ਸਵਾਲ ਨਹੀਂ ਲੈ ਰਹੇ। ਕੋਸ਼ਿਸ਼ ਕਰਾਂਗੇ ਵੀ ਅਗਲੇ ਹਫਤੇ ਤੱਕ ਉਹਦਾ ਵਿਚਾਰ ਕਰਕੇ ਆਪ ਜੀ ਨਾਲ ਸਾਂਝੀ ਕੀਤਾ ਜਾਏਗਾ। ਤੋ ਸਾਧ ਸੰਗਤ ਜੀ, ਅੱਜ ਦਾ ਸਮਾਂ ਇਹ ਹੋ ਗਿਆ ਤੇ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ ਨੇ। ਆਪਾਂ ਹੁਣ ਕੁਐਸਚਨ ਵੀ ਲੈਣੇ ਨੇ, ਕਿਰਪਾ ਕਰਕੇ ਇਹਨਾਂ ਨਾਲ ਰਿਲੇਟਡ ਹੀ ਕੁਐਸਚਨ ਜਿਹੜੇ ਨੇ ਉਹ ਦਿੱਤੇ ਜਾਣ, ਤਾਂ ਜੇ, ਕਿਉਂਕਿ ਸਮਾਂ ਆਲਮੋਸਟ ਹੋ ਗਿਆ। ਤੋ ਜਿਹੜੇ ਕੋਈ ਵੀਰ ਭੈਣਾਂ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਹੈ ਬਈ ਉਹ ਆਪਣੀ ਇੰਟਰੋਡਕਸ਼ਨ ਲਈ ਕਿਰਪਾ ਕਰਕੇ ਠਹਿਰਨ। ਤੇ ਇੱਕ ਨਾਮ ਜਿਹੜਾ ਮੈਨੂੰ ਦਿਸ ਰਿਹਾ ਉਹ ਹੈ, ਆਈਡੀ ਹੈ ਜੀ ਕਲਿਆਣ। ਤੋ ਜਿਨ੍ਹਾਂ ਦੀ ਆਈਡੀ ਕਲਿਆਣ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਆਪਣੇ ਆਪ ਨੂੰ ਅਨਮਿਊਟ ਕਰ ਲਓ, ਸੰਗਤ ਨਾਲ ਫਤਿਹ ਸਾਂਝੀ ਕਰ ਲਓ ਜੀ। ਉਸ ਤੋਂ ਬਾਅਦ ਅਸੀਂ ਸਵਾਲ ਲਵਾਂਗੇ। ਮੇਰੇ ਖਿਆਲ ਤੋਂ ਗਏ, ਹਾਂਜੀ, ਚਲੇ ਗਏ ਲੱਗਦੇ ਆ। ਅੱਛਾ ਜੀ, ਚਲੋ। ਤੋ ਹੈਂਡ ਰੇਜ਼ ਹੈ ਜੀ ਵੀਰ ਇਕਬਾਲ ਸਿੰਘ ਜੀ ਦਾ, ਹਾਂਜੀ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਆਪ ਨੂੰ ਕਰ ਲਓ ਜੀ। ਹਾਂ, ਇੱਕ ਮਿੰਟ ਜੀ, ਮੈਂ ਥੋੜੀ ਪਹਿਲੇ ਹਾਂਜੀ, ਐਮਪੀਸੀ ਸਵਾਲ ਜਵਾਬ ਸੈਸ਼ਨ ਦੇ ਬਾਰੇ, ਇਹ ਸੈਸ਼ਨ ਸਵਾਲ ਜਵਾਬ ਦਾ ਹੈ ਤੇ ਇਹਦੇ ਵਿਚਕਾਰ ਅਸੀਂ ਹੋਰ ਨਵੇਂ ਸਵਾਲ ਜਿਹੜੇ ਹਨ ਸੈਸ਼ਨ ਦੇ ਦੌਰਾਨ ਅਸੀਂ ਨਹੀਂ ਲੈ ਸਕਦੇ। ਤੋ ਕਿਰਪਾ ਕਰਕੇ ਆਪ ਜੀ ਆਪਣੇ ਹੈਂਡ ਰੇਜ਼ ਜਿਹੜੇ ਹਨ ਉਹ ਸਵਾਲ ਜਵਾਬ ਦਾ ਜਿਹੜਾ ਲੜੀ ਜੋ ਖਤਮ ਹੋ ਜਾਵੇ ਨਾ, ਉਸ ਤੋਂ ਬਾਅਦ ਹੀ ਜ਼ਰੂਰ ਰੇਜ਼ ਕਰੋ। ਜਿਹੜੇ ਹੈਂਡ ਪਹਿਲਾਂ ਰੇਜ਼ ਕੀਤੇ ਵੀ ਗਏ ਹਨ ਉਹ ਅਸੀਂ ਉਹਨਾਂ ਨੂੰ ਬੰਦ ਕਰ ਦਿੱਤਾ ਹੈ ਤੇ ਨਹੀਂ ਐਂਟਰਟੇਨ ਨਹੀਂ ਕੀਤਾ। ਹੁਣ ਇਹ ਸੈਸ਼ਨ ਜੋ ਖਤਮ ਹੋਇਆ ਤੇ ਇੱਕ ਇੱਕ ਕਰਕੇ ਅਸੀਂ ਸਾਰਿਆਂ ਦੀ ਜੋ ਹੈ ਗੱਲਬਾਤ ਨੂੰ ਅਸੀਂ ਸਰਵਨ ਕਰਾਂਗੇ। ਤੋ ਸਭ ਤੋਂ ਪਹਿਲੇ ਜੋ ਇਸ ਵੇਲੇ ਪਹਿਲਾ ਹੈਂਡ ਹੁਣ ਰੇਜ਼ ਹੋਇਆ ਹੈ ਸੈਸ਼ਨ ਤੋਂ ਬਾਅਦ, ਸਰ ਇਕਬਾਲ ਸਿੰਘ ਖਾਲਸਾ, ਤੋ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਣੇ ਆਪ ਨੂੰ ਅਨਮਿਊਟ ਕਰਨ। ਹਾਂਜੀ, ਇਕਬਾਲ ਸਿੰਘ ਜੀ ਖਾਲਸਾ, ਆਪਣੇ ਆਪ ਨੂੰ ਅਨਮਿਊਟ ਕਰ ਲਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਨੇ ਜਿਹੜਾ ਤੁਸੀਂ ਸਵਾਲ ਦੇ ਜਵਾਬ ਦੇ ਵਿੱਚ ਭਗਉਤੀ ਬਾਬਤ ਦਿੱਤਾ ਹੈ, ਉਹ ਭਗਉਤੀ ਦੇ ਪਰਥਾਏ ਕੁਛ ਕਹਿਣਾ ਚਾਹੁੰਦਾ ਵੀ ਦਾਸ ਨੇ ਭਗਉਤੀ ਬਾਰੇ ਵੀ ਖੋਜ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਥਾਂ ਤੇ ਭਗਉਤੀ ਸ਼ਬਦ ਜਿਹੜਾ ਭਗਤ, ਸੇਵਕ, ਉਪਾਸ਼ਕ ਦੇ ਪਰਥਾਏ ਹੀ ਆਇਆ। ਕਿਤੇ ਵੀ ਇਹ ਜਿਹੜਾ ਸ਼ਬਦ ਆ ਅਕਾਲ ਪੁਰਖ ਬੋਧਕ ਨਹੀਂ ਹੈ, ਪਹਿਲੀ ਗੱਲ। ਦੂਸਰੀ ਗੱਲ, ਇਹ ਸ਼ਬਦ ਇਸਤਰੀ ਲਿੰਗ ਵਾਚਕ ਹੈ, ਲਿੰਗ ਵਾਚਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਇਸਤਰੀ ਲਿੰਗ ਵਾਚਕ ਬੋਧਕ ਸ਼ਬਦ ਜਿਹੜਾ ਉਹ ਨਹੀਂ ਵਰਤਿਆ ਹੋਇਆ, ਕਿਤੇ ਵੀ, ਇੱਕ ਵੀ ਥਾਂ ਤੇ ਨਹੀਂ ਹੈ। ਕਿਉਂਕਿ ਜਦੋਂ ਅਸੀਂ ਕਾਲਜ ਵਿੱਚੋਂ ਸਿੱਖਿਆ ਵੀ ਜਿਹਦੇ ਨਾਲ ਮੇਰੀ ਲੱਗਦਾ ਉਹ ਇਸਤਰੀ ਲਿੰਗ ਸ਼ਬਦ ਆ, ਜਿਹੜਾ ਮੇਰਾ ਹੈ ਉਹ ਪੁਲਿੰਗ ਵਾਚਕ। ਤੋ ਇੱਥੇ ਜਿਹੜੀ ਜਿੱਥੇ ਜਿੱਥੇ ਇਸਤਰੀ ਲਿੰਗ ਸ਼ਬਦ ਆਇਆ ਉਹ ਮੇਰੀ ਦੇ ਨਾਲ ਬਿਲਕੁਲ ਕੰਬਾਈਨ ਕਰਦਾ। ਲੇਕਿਨ
ਅਕਾਲ ਪੁਰਖ ਕਰਤੇ ਦੇ ਕਿਤੇ ਵੀ ਇੱਕ ਥਾਂ ਤੇ ਵੀ ਇਸਤਰੀ ਲਿੰਗ ਸ਼ਬਦ ਉਹ ਨਹੀਂ ਆਇਆ। ਸੋ ਭਗਉਤੀ ਜਿਹੜਾ ਇਸਤਰੀ ਲਿੰਗ ਸ਼ਬਦ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਭਗਉਤੀ ਸ਼ਬਦ ਅਕਾਲ ਪੁਰਖ ਬੋਧਕ ਨਹੀਂ ਹੈ। ਦੂਸਰੀ ਥਾਂ ਤੇ ਵੀ ਸ਼ਕਤੀ ਵਾਸਤੇ ਆਇਆ ਹੈ। ਜੇਕਰ ਜੇ ਸ਼ਕਤੀ ਵਾਸਤੇ ਵੀ ਆਇਆ, ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸ਼ਕਤੀ ਦੀ ਪੂਜਣ ਦੀ ਮਨਾਹੀ ਹੈ। ਕਾਦਰ ਨੂੰ ਪੂਜਣਾ ਹੈ, ਕਿਉਂਕਿ ਸ਼ਿਵ ਸ਼ਬਦ ਜਿਹੜਾ ਜੇ ਸ਼ਕਤੀ ਦੀ ਅਸੀਂ ਕੱਢਾਂਗੇ, ਮੈਂ ਜਿਹੜੇ ਖੋਜੇ ਸੀਗੇ ਹੁਣ ਮੈਂ ਕੋਈ ਲਿਖੇ ਨਹੀਂ ਹੈਗੇ, ਵਰਬਲੀ ਗੱਲ ਕਰ ਰਿਹਾ, ਤੇ ਮੌਕਾ ਮਿਲਿਆ ਤਾਂ ਮੈਂ ਉਹ ਸਾਰੇ ਸ਼ਬਦ ਆਪ ਜੀ ਦੇ ਚਰਨਾਂ 'ਚ, ਸੰਗਤ ਦੇ ਚਰਨਾਂ 'ਚ ਰੱਖਾਂਗਾ। ਸ਼ਕਤੀ ਵੀ ਸ਼ਬਦ ਜਿਹੜਾ ਜੀ ਅਸੀਂ ਵਰਤਦੇ ਹਾਂ, ਉਹਦੀ ਦਾਸੀ ਬਣਦੀ ਹੈ, ਉਹਦੀ ਕਿਰਤ ਬਣਦੀ ਹੈ, ਉਸ ਨੂੰ ਵੀ ਸਿਮਰਿਆ ਨਹੀਂ ਜਾ ਸਕਦਾ। ਇਸ ਕਰਕੇ ਜਿਹੜਾ ਭਗਉਤੀ ਸ਼ਬਦ ਆ, ਵੀਰ ਜੀ ਨੇ ਕਹਿੰਦੇ ਆ ਕੀਤਾ ਹੈ ਵੀ ਅਕਾਲ ਪੁਰਖ ਬੋਧ ਕਈ ਨੇ ਵਰਤਿਆ ਹੈ। ਸਾਡੇ ਕੋਲ ਇੱਕੋ ਇੱਕ ਕਸਵੱਟੀ ਹੈ ਗੁਰਮਤਿ ਦੀ, ਉਹ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਹੀ ਅਸੀਂ ਪ੍ਰਮਾਣਿਕਤਾ ਕਰ ਸਕਦੇ ਹਾਂ ਵੀ ਇਹ ਜਿਹੜਾ ਹੈ ਗੁਰਮਤਿ ਅਨੁਕੂਲ ਹੈ। ਪਰ ਮੈਂ ਇੱਕ ਦੂਸਰਾ ਸਵਾਲ ਮੇਰਾ ਇਹ ਹੈਗਾ ਵੀ ਮੈਂ ਵਿਚਾਰ 15-20 ਦਿਨਾਂ ਤੋਂ ਸੁਣਦਾ ਆ ਰਿਹਾ। ਇੱਕ ਆਪ ਜੀ ਨੇ ਦੱਸਿਆ ਵੀ ਜਿਹੜੀ ਰਹਿਤ ਮਰਿਆਦਾ ਹੈ, ਇਹ ਸਾਡਾ ਸੰਵਿਧਾਨ ਹੈ। ਔਰ ਮੈਂ ਇਹ ਸਵਾਲ ਕਰਨਾ ਚਾਹੁੰਦਾ ਵੀ ਮੈਨੂੰ ਇਹ ਦੱਸੋ ਜੀ, ਇਹ ਰਹਿਤ ਮਰਿਆਦਾ ਕਿਹੜੀ ਕਸਵੱਟੀ ਦੇ ਉੱਪਰ ਇਹ ਸੰਵਿਧਾਨ ਹੈਗਾ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੋਂ ਉੱਪਰ ਕੁਛ ਵੀ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਬਾਬਤ ਆਗਿਆ ਹੀ ਨਹੀਂ ਦਿੰਦੀ ਇਸ ਰਹਿਤ ਮਰਿਆਦਾ ਨੂੰ ਕਿਸ ਕੁਛ ਵਿਸ਼ਿਆਂ ਤੇ ਫਿਰ ਉਹਨੂੰ ਅਸੀਂ ਸੰਵਿਧਾਨ ਕਿਵੇਂ ਮੰਨ ਸਕਦੇ? ਮੈਨੂੰ ਇਹ ਸਮਝਾਉਣਾ ਕਰਿਓ। ਮੇਰਾ ਸਵਾਲ ਆ ਵੀ ਇਹ ਸੰਵਿਧਾਨ ਕਿਵੇਂ? ਠੀਕ ਹੈ ਜੀ, ਆਪ ਜੀ ਨੇ ਅਸੀਂ ਪੁਆਇੰਟ ਨੋਟ ਕਰ ਲਏ ਨੇ, ਤੇ ਇਹਨਾਂ ਦੇ ਬਾਰੇ ਤੁਹਾਨੂੰ ਅਗਲੇ ਹਫਤੇ 'ਚ ਇਹਨਾਂ ਦੀ ਰਿਸਪੌਂਸ ਜਿਹੜੀ ਹੈ ਉਹ ਪੈਨਲ ਦੀ ਵਿਚਾਰ ਹੋਣ ਤੋਂ ਬਾਅਦ ਆਪ ਜੀ ਨੂੰ ਦੇ ਦਿੱਤੀ ਜਾਏਗੀ। ਇੱਕ ਬੇਨਤੀ ਮੇਰੀ ਸੰਗਤ ਵਿੱਚ ਹੋਰ ਹੈ ਜੀ ਕਿ ਕਿਉਂਕਿ ਸਮਾਂ ਸੀਮਿਤ ਹੁੰਦਾ ਹੈ, ਸਾਡੇ ਕੋਲ ਕੇਵਲ 15 ਮਿੰਟ ਦਾ ਸਮਾਂ ਹੈ ਜਿਹਦੇ ਵਿੱਚ ਅਸੀਂ ਸਾਰਿਆਂ ਦੇ ਜਿਹੜੇ ਪੁਆਇੰਟ ਨੇ ਉਹ ਨੋਟ ਕਰਨੇ ਨੇ। ਤਾਂ ਮੈਂ ਬੇਨਤੀ ਕਰਾਂਗਾ ਕਿ ਵੀ ਆਪਣੀ ਗੱਲ ਨੂੰ ਜਿੰਨਾ ਸੰਖੇਪ ਵਿੱਚ ਹੋ ਸਕੇ ਉਨਾ ਹੀ ਸੰਖੇਪ ਵਿੱਚ ਹੀ ਜ਼ਰੂਰ ਕੀਤਾ ਜਾਵੇ। ਜੇ ਕਿਸੇ ਨੇ ਡਿਟੇਲਡ ਵਿਚਾਰ ਕਰਨੀ ਹੋਵੇ ਤਾਂ ਉਹਦੇ ਵਾਸਤੇ ਜ਼ਰਾ ਵੱਖਰਾ ਸਮਾਂ ਲੈ ਲਿਆ ਜਾਵੇ। ਨੈਕਸਟ ਸਰਦਾਰ ਗੁਰਪ੍ਰੀਤ ਸਿੰਘ ਜੀ।